ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਜਿਹੜਾ ਜੀ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਮਰੀਕਾ ਦੀਆਂ ਖਬਰਾਂ ਅਤੇ ਜਿਹੜੀਆਂ ਅੰਤਰਰਾਸ਼ਟਰੀ ਖਬਰਾਂ ਲੈ ਕੇ ਆਪਾਂ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 9 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਵਾਮਾ ਕੇਅਰ ਹੈਲਥ ਇੰਸ਼ੋਰੈਂਸ ਦੇ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਆ ਚੁੱਕਾ ਆ। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਕਰਵਾਉਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪੂਰੇ ਪਰਿਵਾਰ ਦੇ ਵਿੱਚ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਹੈ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਦੇ ਲਈ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਆਪਾਂ ਜਿਹੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੂੰ ਅੱਜ ਫਾਂਸੀ ਦਿੱਤੀ ਗਈ ਸੀ, ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ, ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਸਾਰਿਆਂ ਨੂੰ ਪਤਾ ਹੀ ਆ ਵੀ ਉਸ ਟਾਈਮ ਦੇ ਵਿੱਚ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲ ਕੀਤਾ ਸੀ। ਅਤੇ ਜਿਹੜਾ ਉਸ ਟਾਈਮ 'ਤੇ ਇੰਡੀਆ ਦਾ ਜਿਹੜਾ ਜਰਨੈਲ ਸੀ ਜਿਸ ਨੇ ਇਹ ਜ਼ਾਲਮਾਨਾ ਜਿਹੜਾ ਕੰਮ ਕੀਤਾ ਸੀ, ਸੋ ਉਸ ਨੂੰ ਜਿਹੜਾ ਆ ਸਿੱਖੀ ਰਵਾਇਤਾਂ ਦੇ ਅਨੁਸਾਰ ਜਿਹੜੀ ਆ ਉਹਦੀ ਸੇਵਾ ਕੀਤੀ ਸੀ। ਅਤੇ ਉਹ ਤੋਂ ਬਾਅਦ ਜਿਹੜੀ ਆ ਸੁੱਖਾ ਅਤੇ ਜਿੰਦਾ ਦੋਨਾਂ ਨੂੰ ਜਿਹੜੀ ਫਾਂਸੀ ਹੋਈ ਸੀ ਅਤੇ ਅੱਜ ਦੇ ਦਿਨ ਜਿਹੜੀ ਆ ਉਹਨਾਂ ਨੂੰ ਫਾਂਸੀ ਹੋਈ ਸੀ। ਜੀ, ਅੱਜ ਦੇ ਦਿਨ ਜਿਹੜੀ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਸੀ, ਸੋ ਉਹਨਾਂ ਦਾ ਕੋਟਾਨਕੋਟ ਉਹਨਾਂ ਨੂੰ ਜਿਹੜਾ ਆਪਾਂ ਪ੍ਰਣਾਮ ਕਰਦੇ ਹਾਂ। ਅਤੇ ਆਓ ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜਿਹੜੀਆਂ ਆਪਾਂ ਹੁਣ ਨਜ਼ਰਾਂ ਮਾਰਦੇ ਹਾਂ। ਅਮਰੀਕਾ ਦੇ ਦੁਆਰਾ ਜਿਹੜਾ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ ਅਮਰੀਕੀ ਫੌਜੀਆਂ ਨੂੰ ਸੀਰੀਆ ਦੇ ਵਿੱਚੋਂ ਵਾਪਸ ਬੁਲਾਉਣ ਦੇ ਉੱਤੇ ਕੁਰਦਾਂ ਦੇ ਉੱਤੇ ਜਿਹੜਾ ਆ ਹਮਲਾ ਆ ਉਹ ਹੋਣਾ ਸ਼ੁਰੂ ਹੋ ਚੁੱਕਾ ਆ। ਟਰਕੀ ਜਿਹੜਾ ਮੁਲਕ ਆ ਉਸਨੇ ਜਿਹੜਾ ਆਲਰੇਡੀ ਅਨਾਊਂਸ ਕਰ ਦਿੱਤਾ, ਉੱਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਅਰਦੋਗਨ ਨੇ, ਵੀ ਉਹ ਆਲਰੇਡੀ ਇੱਕ ਬੜੇ ਲੰਮੇ ਚਿਰ ਤੋਂ ਜਿਹੜਾ ਪਲਾਨ ਕਰ ਰਹੇ ਸੀਗੇ ਜਿਹੜਾ ਹਮਲਾ ਕਰਦਿਸ਼ ਫੋਰਸਿਸ ਦੇ ਉੱਤੇ ਉਹ ਕਰਨ ਜਾ ਰਹੇ ਨੇ। ਇਹ ਕਹਿੰਦੇ ਗਰਾਊਂਡ 'ਤੇ ਏਅਰ ਓਪਰੇਸ਼ਨ ਹੋਵੇਗਾ। ਰਾਸ਼ਟਰਪਤੀ ਟਰੰਪ ਨੇ ਉਦੋਂ ਬੜੀਆਂ ਆਪਣੇ ਟਵਿੱਟਰ ਦੇ ਉੱਤੇ ਰੌਲਾ ਰੱਪਾ ਪਾਇਆ ਸੀਗਾ ਵੀ ਜੇ ਟਰਕੀ ਨੇ ਮੇਰੇ ਬੈਗ ਦੇ ਪਿੱਛੇ ਜਾ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਅਤੇ ਮੈਂ ਉਹਨਾਂ ਦੀ ਇਕੋਨਮੀ ਨੂੰ ਜਿਹੜਾ ਉਹ ਖ਼ਤਮ ਹੀ ਜਿਹੜਾ ਉਹ ਕਰ ਦਊਂਗਾ। ਪਰ ਹੁਣ ਜਿਹੜਾ ਉਹ ਲੱਗਦਾ ਨਹੀਂ ਵੀ ਇੱਦਾਂ ਦੀ ਕੋਈ ਚੀਜ਼ ਆ ਉਹ ਹੋਵੇਗੀ। ਜਿਹੜੇ ਤੁਰਕੀ ਦੇ ਰਾਸ਼ਟਰਪਤੀ ਅਰਦੋਗਨ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਹੋਣ ਤੋਂ ਬਾਅਦ 'ਚ ਰਾਸ਼ਟਰਪਤੀ ਟਰੰਪ ਨੇ ਜਿਹੜੇ ਉੱਥੋਂ ਆਪਣੇ ਜਿਹੜੇ ਫੌਜੀ ਆ ਉਹਨਾਂ ਨੂੰ ਵਾਪਸ ਬੁਲਾਉਣ ਦੀ ਗੱਲ ਜਿਹੜੀ ਆ ਉਹ ਆਖ ਦਿੱਤੀ। ਉਹਨਾਂ ਨੇ ਪਾਲਿਸੀ ਜਿਹੜੀ ਉਹ ਚੇਂਜ ਕਰ ਦਿੱਤੀ ਅਤੇ ਜਿਹੜੇ ਬਹੁਤ ਸਾਰੇ ਸਿਕਿਉਰਿਟੀ ਵਾਲੇ ਸੀਗੇ, ਡਿਫੈਂਸ ਵਾਲੇ ਸੀਗੇ, ਉਹ ਵੀ ਕਹਿੰਦੇ ਵੀ ਸਾਡੇ ਨਾਲ ਇੱਦਾਂ ਦੀ ਕੋਈ ਸਲਾਹ ਨਹੀਂ ਹੋਈ, ਉਹਨਾਂ ਦਾ ਸਿਰਫ ਸਾਨੂੰ ਫੈਸਲਾ ਹੀ ਜਿਹੜਾ ਉਹ ਆਇਆ ਆ। ਅਤੇ ਹੁਣ ਜਿਹੜਾ ਇੱਕ ਕਾਫੀ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਇਸ ਟਾਈਮ ਗੰਭੀਰ ਹੁੰਦਾ ਜਾਂਦਾ ਆ, ਖਾਸ ਕਰਕੇ ਜਿਹੜਾ ਵੀ ਇਸ ਤਰੀਕੇ ਦੇ ਨਾਲ ਵੀ ਜਿਨ੍ਹਾਂ ਨੂੰ ਤੁਸੀਂ ਆਈਸਿਸ ਦੇ ਖਿਲਾਫ ਵਾਰ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਵਰਤਿਆ, ਕੁਰਦਿਸ਼ ਫੌਜਾਂ ਨੂੰ ਤੁਸੀਂ ਵਰਤਿਆ, ਉੱਥੋਂ ਦੀਆਂ ਜਿਹੜੇ ਲੜਾਕੇ ਅਤੇ ਉਹਨਾਂ ਦੀਆਂ ਜਿਹੜੀਆਂ ਲੜਾਕੀਆਂ ਸੀ ਉਹ ਵੀ ਜਿਹੜੇ ਇਸ ਦੇ ਵਿੱਚ ਉਹਨਾਂ ਨੇ ਆਪੋ ਆਪਣੇ ਜਿਹੜੇ ਇਲਾਕੇ ਦੇ ਲਈ ਕਹਿ ਲਓ ਵੀ ਜਾਨਾਂ ਵੀ ਜਿਹੜੀਆਂ ਕੁਰਬਾਨ ਕੀਤੀਆਂ। ਅਤੇ ਉਹ ਹੁਣ ਉਹਨਾਂ ਨੂੰ ਹੁਣ ਜਿਹੜਾ ਟਰਕੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਟਰਕੀ ਵੀ ਦੇਖੋ ਉੱਦਾਂ ਕਹਿਣ ਨੂੰ ਅਮਰੀਕਾ ਦਾ ਐਲਾਈ ਹੈਗਾ ਆ, ਪਰ ਉਹ ਉਹਨਾਂ ਦੇ ਹੀ ਜਿਹੜੇ ਨਾਲ ਜਿਹੜੇ ਦੂਜਾ ਅਮਰੀਕਾ ਦਾ ਐਲਾਈ ਆ ਉਸ ਦੇ ਉੱਤੇ ਹਮਲਾ ਜਿਹੜਾ ਉਹ ਕਰਨ ਜਾ ਰਿਹਾ ਹੈ। ਟਰਕੀ ਜਿਹੜਾ ਆ ਕੁਰਦਾਂ ਨੂੰ ਇੱਕ ਅੱਤਵਾਦੀ ਜਿਹੜੀ ਜਥੇਬੰਦੀ ਦੇ ਵਜੋਂ
ਉਹ ਦੇਖਦਾ ਹੈ ਉੱਥੋਂ ਦੀ ਜਿਹੜੀ PKK ਜਿਹੜੀ ਹੈਗੀ ਆ ਜਥੇਬੰਦੀ ਉਸ ਨੂੰ। ਅਤੇ ਹੁਣ ਜਿਹੜਾ ਇਹ ਹਮਲਾ ਉੱਥੇ ਉਹਨਾਂ ਦੇ ਉੱਤੇ ਕਰਨ ਜਿਹੜੇ ਜਾ ਰਹੇ ਆ। ਸੋ ਕਾਫੀ ਜ਼ਿਆਦਾ ਹਾਲਾਤ ਉਹਨਾਂ ਦੇ ਜਿਹੜੇ ਉੱਥੇ ਮਾੜੇ ਹੋ ਜਾਣੇ, ਕਿਉਂਕਿ ਇੱਕ ਤਾਂ ਹੈ ਉਹ ਥੋੜ੍ਹੇ ਅਤੇ ਥੋੜ੍ਹੀ ਜਿਹੀ ਪਾਕਟ ਦੇ ਵਿੱਚ ਆ, ਦੂਜੇ ਪਾਸੇ ਇੱਕ ਪਾਸੇ ਆਈਸਿਸ ਨਾਲ ਉਹ ਲੜਾਈ ਚੱਲ ਰਹੀ ਆ, ਦੂਜੇ ਫਰੰਟ ਦੇ ਉੱਤੇ ਟਰਕੀ ਦੇ ਨਾਲ ਜਿਹੜਾ ਲੜਨਾ ਉਹ ਮੁਸ਼ਕਿਲ ਹੋਊਗਾ। ਟਰਕੀ ਬਹੁਤ ਵੱਡਾ ਇੱਕ ਮੁਲਕ ਹੈਗਾ ਆ, ਉਸ ਦਾ ਸਾਹਮਣਾ ਕਰਨਾ ਵੀ ਕਾਫੀ ਜਿਹੜਾ ਉਹਨਾਂ ਦੇ ਲਈ ਮੁਸ਼ਕਿਲ ਹੋਣਾ ਆ। ਅਤੇ ਅਮਰੀਕਾ ਦੇ ਵਿੱਚ ਜਿਹੜੇ ਚਾਹੇ ਡੈਮੋਕ੍ਰੇਟਸ ਅਤੇ ਚਾਹੇ ਰਿਪਬਲਿਕਨਸ, ਉਹ ਰਾਸ਼ਟਰਪਤੀ ਟਰੰਪ ਦੀ ਇਸ ਪਾਲਿਸੀ ਦੀ ਜਿਹੜੀ ਕਾਫੀ ਨਿੰਦਾ ਕਰ ਰਹੇ ਆ ਵੀ ਆਪਣੇ ਹੀ ਜਿਹੜੇ ਐਲਾਈਜ਼ ਆਪਣੇ ਹੀ ਸਾਥੀਆਂ ਨੂੰ ਇੱਕ ਹਿਸਾਬ ਦੇ ਨਾਲ, ਜਿਨ੍ਹਾਂ ਦੇ ਨਾਲ ਤੁਸੀਂ ਮਿਲ ਕੇ ਜੰਗ ਲੜੀ ਆ, ਉਹਨਾਂ ਨੂੰ ਹੁਣ ਉੱਥੇ ਇੱਕ ਹਿਸਾਬ ਦੇ ਨਾਲ ਸਿਟਿੰਗ ਡਕਸ ਜਿਹਨੂੰ ਆਪਾਂ ਕਹਿ ਦਿੰਦੇ, ਇੱਥੇ ਫਰੇਜ਼ ਵਰਤਿਆ ਜਾਂਦਾ ਹੈ ਵੀ ਉਹ ਬਣਾ ਕੇ ਉੱਥੇ ਤੁਸੀਂ ਆ ਚੁੱਕੇ ਆ। ਸੋ ਕਾਫੀ ਜਿਹੜੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਆ। ਅਤੇ ਹੁਣ ਦੇਖਣ ਵਾਲੀ ਗੱਲ ਰਹੂਗੀ, ਹੁਣ ਟਰਕੀ ਤਾਂ ਉਹ ਹਮਲਾ ਉੱਤੇ ਕਰਨ ਜਾ ਰਿਹਾ ਵੀ ਰਾਸ਼ਟਰਪਤੀ ਟਰੰਪ ਜਿਹੜੀ ਟਰਕੀ ਦੀ ਇਕੋਨਮੀ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਖ਼ਤਮ ਕਰਦੇ ਨੇ, ਜਾਂ ਕੋਈ ਉਹਨਾਂ ਦੇ ਉੱਤੇ ਕੋਈ ਇੱਦਾਂ ਦਾ ਪ੍ਰੈਸ਼ਰ ਪਾਉਂਦੇ ਆ ਵੀ ਇਹ ਚੀਜ਼ ਜਿਹੜੀ ਉਹ ਨਾ ਕਰਨ। ਜੀ, ਸੋ ਬਿਲਕੁਲ ਆਲਰੇਡੀ ਜਿਹੜਾ ਟਰਕੀ ਵਾਲਿਆਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਉਹਨਾਂ ਨੇ ਜਿਹੜੇ ਉਹਨਾਂ ਦੇ ਮਿਲਟਰੀ ਦੇ ਪੁਆਇੰਟ ਸੀਗੇ ਉਹਨਾਂ ਦੇ ਉੱਤੇ ਬੰਬ ਸਿੱਟੇ ਹੈਗੇ ਆ, ਅਤੇ ਕਹਿੰਦੇ ਵੀ ਨੈਚੁਰਲੀ ਜਿਹੜੇ ਆਮ ਸਿਵਲੀਅਨ ਆ ਉਹਨਾਂ ਦਾ ਵੀ ਜਿਹੜਾ ਨੁਕਸਾਨ ਹੋਊਗਾ। ਲੋਕ ਆਪਣੇ ਘਰਾਂ 'ਚੋਂ ਨਿਕਲ ਕੇ ਬਾਹਰ ਜਾ ਰਹੇ, ਅਤੇ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਵੀ ਕਿੱਥੇ ਉਹਨੀ ਰਹਿਣਾ ਆ ਅਤੇ ਕਿੱਥੇ ਇਹ ਉਹਨੀ ਸੌਣਾ ਆ। ਇਹ ਦੂਜੀ ਵਾਰੀ ਜਿਹੜੀ ਆ ਅਮਰੀਕਾ ਨੇ ਮਿਸਟੇਕ ਕੀਤੀ ਹੈਗੀ ਆ। ਪਹਿਲੀ ਵਾਰੀ ਜਿਹੜਾ ਬਿਨ ਲਾਦਨ ਦਾ ਗਰੁੱਪ ਉਹਨੂੰ ਯੂਜ਼ ਕੀਤਾ ਰਸ਼ੀਆ ਦੇ ਅਗੇਂਸਟ, ਅਤੇ ਜਦੋਂ ਉਹਨਾਂ ਨੂੰ ਸਾਈਡ 'ਤੇ ਸਿੱਟ ਦਿੱਤਾ ਅਤੇ ਫਿਰ ਉਹਨਾਂ ਨੇ ਅਮਰੀਕਾ ਦੇ ਕੀ ਕੀਤਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ। ਇਸੇ ਤਰ੍ਹਾਂ ਕੁਰਦ ਜਿਹੜੇ ਹੈਗੇ ਆ ਬੜੀ ਬਹਾਦਰ ਕੌਮ ਆ, ਇਹਨਾਂ ਨੂੰ ਆਈਸਿਸ ਦੇ ਅਗੇਂਸਟ ਸੀਰੀਆ ਦੇ ਵਿੱਚ ਵਰਤਿਆ, ਅਤੇ ਹੁਣ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਟੋਇਲਟ ਪੇਪਰ ਵਾਂਗ ਪਰੇ ਸਿੱਟ ਦਿੱਤਾ। ਅਤੇ ਇਹ ਜਿਹੜੀ ਆ ਇਹਦਾ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਇਹਦਾ ਅਸਰ ਆ ਪਤਾ ਲੱਗੂਗਾ। ਇੱਕ ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜੀ ਅਮਰੀਕਾ ਦੀ ਫਿਰ ਜਿਹੜੀ ਵਿਸ਼ਵ ਦੇ ਵਿੱਚ ਜਿਹੜੀ ਪੋਲਿਸੀ ਹੈਗੀ ਆ, ਉਹ ਜਿਹੜੀ ਆ ਖਾਸ ਕਰਕੇ ਜਿਹੜਾ ਉਹਨਾਂ ਦੀ ਕੂਟਨੀਤੀ ਆ ਉਸ ਦੇ ਉੱਤੇ ਵੀ ਜਿਹੜੇ ਉਹ ਸਵਾਲ ਉੱਠਣਗੇ ਵੀ ਇਸ ਦੇ ਵਿੱਚ ਕਰਦੇ ਕੀ ਨੇ, ਵੀ ਉਹਨਾਂ ਦੀ ਜਿਹੜੀ ਕੋਈ ਵੀ ਗੱਲ ਕਹੀ ਆ ਕੀ ਉਸ ਦੇ ਉੱਤੇ ਲੋਕ ਜਿਹੜੇ ਮੰਨਣਗੇ ਜਾਂ ਨਹੀਂ ਮੰਨਣਗੇ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਰਾਸ਼ਟਰਪਤੀ ਟਰੰਪ ਨੂੰ ਲੈ ਕੇ ਕਈ ਤਰੀਕੇ ਦੇ ਵਿਵਾਦ ਜਿਹੜੇ ਅੰਦਰੂਨੀ ਤੌਰ ਦੇ ਉੱਤੇ ਵੀ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਉਹ ਚੱਲ ਹੀ ਰਹੇ ਨੇ। ਅਤੇ ਜਦੋਂ ਵਿਸ਼ਵ ਪੱਧਰ ਦੇ ਉੱਤੇ ਇੱਦਾਂ ਦਾ ਜਿਹੜਾ ਹੁੰਦਾ ਹੈ, ਨਾਟੋ ਦੇ ਖਿਲਾਫ ਅਕਸਰ ਉਹ ਮਾੜਾ ਜਿਹੜਾ ਉਹ ਬੋਲਦੇ ਰਹਿੰਦੇ ਨੇ। ਸੋ ਓਵਰਆਲ ਚਾਹੇ ਅਮਰੀਕਾ ਫਸਟ ਜੋ ਮਰਜ਼ੀ ਜਿਹੜਾ ਉਹ ਕਹਿੰਦੇ ਨੇ, ਅਮਰੀਕਾ ਫਸਟ ਨੂੰ ਤਰਜੀਹ ਦਿੰਦੇ ਆ, ਪਰ ਜੇ ਵਿਸ਼ਵ ਦੇ ਵਿੱਚ ਆਪਣਾ ਡੰਡਾ ਕਾਇਮ ਰੱਖਣਾ ਹੈ ਅਤੇ ਆਪਣਾ ਡੰਕਾ ਵਜਾ ਕੇ ਰੱਖਣਾ ਹੈ ਤਾਂ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਕੂਟਨੀਤਿਕ ਕੌੜੇ ਘੁੱਟ ਵੀ ਜਿਹੜੇ ਆ ਕਹਿੰਦੇ ਕਈ ਵਾਰੀ ਭਰਨੇ ਪੈਂਦੇ ਨੇ। ਸੋ ਹੈ ਤਾਂ ਇਹ ਚਲੋ ਸਟੇਟ ਡਿਪਾਰਟਮੈਂਟ ਦਾ ਮਸਲਾ ਵੀ ਉਹ ਕੀ ਸੋਚਦੇ ਨੇ ਕੀ ਨਹੀਂ ਸੋਚਦੇ ਨੇ, ਪਰ ਕਾਫੀ ਜ਼ਿਆਦਾ ਜਿਹੜੀ ਇਸ ਪਾਲਿਸੀ ਦੀ ਉਹਨਾਂ ਨੂੰ ਵਰਤ ਕੇ ਉੱਥੇ ਛੱਡ ਕੇ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਆਲੋਚਨਾ ਆ ਉਹ ਹੋ ਰਹੀ ਹੈ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਇਸ਼ਾਰਾ ਕੀਤਾ ਵੀ ਯੂ ਨੈਵਰ ਨੋ ਇਹ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਆ ਕੇ ਜਿਹੜੀ ਅਮਰੀਕਾ ਦੇ ਲਈ ਪੁੱਠੀ ਜਿਹੜੀ ਉਹ ਪੈ ਸਕਦੀ ਆ। ਜੀ, ਸੋ ਬਿਲਕੁਲ ਇਸ ਤੋਂ ਅੱਗੇ ਜਿਹੜੀ ਆ PG&E ਨੇ ਕੱਟ ਕੀਤੇ ਹੈਗੇ ਉਹਦੇ ਬਾਰੇ ਆਪਾਂ ਡਿਟੇਲ 'ਚ ਦੱਸਾਂਗੇ, ਅਤੇ ਜਿਹੜੀਆਂ ਕੁਛ ਹੋਰ ਖਬਰਾਂ ਜਿਹੜੀਆਂ ਆ ਉਹ ਆਪਾਂ ਸਾਂਝੀਆਂ ਕਰੀਏ ਤੁਹਾਡੇ ਨਾਲ। ਬਿਲਕੁਲ ਜੀ, US ਨੇ ਕਹਿੰਦੇ ਵੀ ਜਿਹੜੇ ਉਹ ਚੀਨੀ ਅਧਿਕਾਰੀ ਆ ਜਿਹੜੇ ਮੁਸਲਿਮ ਅਬਿਊਜ਼ਸ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਦਾ ਨਾਮ ਆਉਂਦਾ ਆ, ਉਹਨਾਂ ਨੂੰ ਜਿਹੜਾ ਉਹਨਾਂ ਦਾ ਟਰੈਵਲ ਆ ਉਸ ਦੇ ਉੱਤੇ ਪਾਬੰਦੀ ਜਿਹੜੀ ਉਹ ਲਾ ਦਿੱਤੀ ਆ। ਇਹ ਹੁਣ ਕੱਲ੍ਹ ਨੂੰ ਹਰਜੋਤ ਸਿੰਘ ਜੀ ਵੀਰਵਾਰ ਨੂੰ ਜਿਹੜੇ ਵਾਸ਼ਿੰਗਟਨ ਦੇ ਵਿੱਚ ਟਰੇਡ ਟਾਕਸ ਜਿਹੜੀਆਂ ਉਹ ਹੋਣੀਆਂ ਨੇ, ਵੀ ਕਿਸ ਤਰੀਕੇ ਦੇ ਨਾਲ ਜਿਹੜੀ ਟਰੇਡ ਵਾਰ ਅਮਰੀਕਾ ਅਤੇ ਚਾਈਨਾ ਦੀ ਚੱਲ ਰਹੀ ਆ ਉਸ ਨੂੰ ਜਿਹੜਾ ਇੱਕ ਪਾਸੇ ਇੱਕ ਹਿਸਾਬ ਦੇ ਨਾਲ ਠੰਡਿਆਂ ਜਿਹੜਾ ਉਹ ਕੀਤਾ ਜਾ ਸਕੇ, ਕੋਈ ਮਸਲੇ ਨੂੰ ਜਿਹੜਾ ਉਹ ਸੁਲਝਾਇਆ ਜਾ ਸਕੇ। ਹੁਣ ਜਿਹੜਾ ਚਾਈਨਾ ਨੇ ਇਨਫੈਕਟ ਜਿਹੜਾ ਉਹ, ਕਿਉਂਕਿ ਸਭ ਨੂੰ ਪਤਾ ਵੀ ਹਾਂਗਕਾਂਗ ਦਾ ਮਸਲਾ ਇਸ ਟਾਈਮ ਵਿਸ਼ਵ ਪੱਧਰ ਦਾ ਜਿਹੜਾ ਮਸਲਾ ਆ ਉਹ ਬਣਿਆ ਹੋਇਆ ਆ, ਵੀ ਕਿਸ ਤਰੀਕੇ ਦੇ ਨਾਲ ਉੱਥੇ ਧੱਕਾ ਜਿਹੜਾ ਉਹ ਚੱਲ ਰਿਹਾ ਆ। ਇੱਥੋਂ ਤੱਕ ਕਿ ਚਾਈਨਾ ਵਾਲਿਆਂ ਨੇ ਔਨਲਾਈਨ ਇੱਕ ਜਿਹੜੇ ਗੇਮਿੰਗ ਇੰਡਸਟਰੀ ਆ ਉਹਨਾਂ ਦੀਆਂ ਜਿਹੜੇ ਕਈ ਜਿਹੜੇ ਪਲੇਅਰ ਜਿਹੜੇ ਹਾਂਗਕਾਂਗ ਦੇ ਹੱਕ ਦੇ ਵਿੱਚ ਬੋਲਦੇ ਨੇ, ਉਹਨਾਂ ਨੂੰ ਜਿਹੜਾ ਉੱਥੇ ਉਹ ਬੈਨ ਕਰ ਰਹੇ ਆ। ਇੰਨੀ ਜ਼ਿਆਦਾ ਇਨਫਲੂਐਂਸ ਹੈਗਾ। ਇੱਥੋਂ ਤੱਕ ਕਿ ਜਿਹੜਾ ਐਪਲ ਵੀ ਗੋਡੇ ਟੇਕ ਗਿਆ ਇਹਨਾਂ ਦੇ ਮੋਹਰੇ। ਤਾਈਵਾਨ ਦਾ ਝੰਡਾ ਉਹਨਾਂ ਨੇ ਆਪਣੀ ਜਿਹੜੀ ਇਮੋਜੀਜ਼ ਹੁੰਦੀਆਂ ਆ, ਜਿੱਦਾਂ ਅਮਰੀਕਾ ਦਾ, ਕੈਨੇਡਾ ਦਾ, ਭਾਰਤ ਦਾ, ਹੋਰ ਮੁਲਕਾਂ ਦੇ ਜਿਹੜੇ ਝੰਡੇ ਤੁਹਾਨੂੰ ਇਮੋਜੀਜ਼ ਦੇ ਵਿੱਚ ਉੱਥੇ ਆਉਂਦੇ ਆ, ਉਹਨਾਂ ਨੇ ਤਾਈਵਾਨ ਦਾ ਝੰਡਾ ਹੀ ਜਿਹੜਾ ਆ ਉੱਥੋਂ ਐਪਲ ਦੇ ਕੋਲੋਂ ਹਟਵਾ ਦਿੱਤਾ। ਉਹ ਕਿਉਂਕਿ ਤਾਈਵਾਨ ਨੂੰ ਵੀ ਆਪਣਾ ਹੀ ਇੱਕ ਜਿਹੜਾ ਚਾਈਨਾ ਦਾ ਹੀ ਹਿੱਸਾ ਜਿਹੜਾ ਉਹ ਮੰਨਦੇ ਨੇ, ਚਾਹੇ ਉਹ ਮੰਨਣ ਚਾਹੇ ਉਹ ਨਾ ਮੰਨਣ, ਇਹ ਧੱਕਾ ਜਿਹੜਾ ਕਰੀ ਜਾਂਦੇ। ਸੋ ਉਸੇ ਤਰੀਕੇ ਦੇ ਨਾਲ ਹਾਂਗਕਾਂਗ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਆ
NBA ਦੇ ਜਿਹੜੇ ਚੀਫ ਸੀਗੇ ਕਮਿਸ਼ਨਰ ਸੀ ਉਹਨਾਂ ਨੇ ਕਿਹਾ ਵੀ ਮੈਂ ਪਲੇਅਰਾਂ ਨੂੰ ਨਹੀਂ ਰੋਕ ਸਕਦਾ, ਇਸ ਤਰੀਕੇ ਦੇ ਨਾਲ NBA ਜਿਹੜੀ ਉਹ ਕੰਮ ਨਹੀਂ ਕਰ ਸਕਦੀ। ਥੋੜ੍ਹਾ ਜਿਹਾ ਸਟੈਂਡ ਜਿਹੜਾ ਉੱਥੇ ਉਹਨਾਂ ਨੇ ਉਹ ਜ਼ਰੂਰ ਲਿਆ ਹੈ NBA ਦੇ ਕਮਿਸ਼ਨਰ ਨੇ ਵੀ ਪਲੇਅਰ ਆਪਣੀ ਜਿਹੜੇ ਵਿਚਾਰ ਆ ਉਹ ਖੋਲ੍ਹ ਕੇ ਇੱਕ ਹਿਸਾਬ ਦੇ ਨਾਲ ਰੱਖ ਸਕਦੇ ਆ, ਪਰ ਆਲਰੇਡੀ ਉੱਦਾਂ ਜਿਹੜਾ ਉਹਨਾਂ ਨੇ ਬਿਆਨ ਇਹ ਦਿੱਤਾ ਆ, ਪਰ CCTV ਜਿਹੜਾ ਉੱਥੇ ਦਾ ਮੇਨ ਚੈਨਲ ਆ ਉਹਨਾਂ ਦੇ ਨੈਟਵਰਕ ਦੇ ਉੱਤੇ NBA ਚੱਲਦਾ ਰਹੇ, ਉਸ ਦੇ ਨਾਲ ਸੰਬੰਧਿਤ ਵੀ ਉਹਨਾਂ ਨੇ ਜਿਹੜਾ ਸਮਝੌਤਾ ਆ ਉਹ ਕਰ ਲਿਆ ਹੈਗਾ। ਸੋ ਕਾਫੀ ਜ਼ਿਆਦਾ ਇਸ ਟਾਈਮ ਜਿਹੜੀ ਕਹਿ ਲਓ ਵੀ ਕਸ਼ਮਕਸ਼ ਜਿਹੜੀ ਇਸ ਸੰਬੰਧ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਹੁਣ ਟ੍ਰੇਡ ਟਾਕਸ ਵੀ ਜਿਹੜੀਆਂ ਹੋਣੀਆਂ, ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਸਾਰੀਆਂ ਚੀਜ਼ਾਂ ਦਾ ਅਸਰ ਇਹਨਾਂ ਟ੍ਰੇਡ ਟਾਕਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹ ਹੋਵੇਗਾ। ਅਤੇ ਹੁਣ ਜਿਹੜੇ ਮੁਸਲਿਮ ਅਬਿਊਜ਼ਸ ਦੇ ਨਾਲ ਜੁੜੇ ਹੋਏ ਜਿਹੜੇ ਚੀਨੀ ਅਧਿਕਾਰੀ ਆ ਉਹਨਾਂ ਦੇ ਟਰੈਵਲ ਦੇ ਉੱਤੇ, ਉਹਨਾਂ ਦੇ ਆਉਣ ਜਾਣ ਦੇ ਉੱਤੇ ਵੀ ਜਿਹੜੀ ਆ ਅਮਰੀਕਾ ਦੇ ਦੁਆਰਾ ਰੋਕ ਜਿਹੜੀ ਉਹ ਲਾ ਦਿੱਤੀ ਗਈ ਹੈ। ਉੱਦਾਂ ਚਾਈਨਾ ਵਾਲੇ ਤਾਂ ਕਹਿੰਦੇ ਆ ਵੀ ਜਿਹੜਾ ਰੀ-ਐਜੂਕੇਸ਼ਨ ਕੈਂਪ, ਸੋ ਕਾਲਡ ਰੀ-ਐਜੂਕੇਸ਼ਨ, ਵੀ ਦੁਬਾਰਾ ਜਿਹੜੀ ਇਹਨਾਂ ਨੇ ਉਹਨਾਂ ਨੂੰ ਪੜ੍ਹਾਈ ਜਿਹੜੀ ਉੱਥੇ ਕਰਾਉਣੀ ਸੀਗੀ ਸਿਰਫ ਅਤੇ ਸਿਰਫ ਮੁਸਲਮਾਨਾਂ ਨੂੰ, ਉੱਥੋਂ ਦਿਆਂ ਨੂੰ, ਵੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਖ਼ਤਮ ਕਰ ਦਿੱਤਾ ਹੈ। ਪਰ ਬਹੁਤ ਸਾਰੇ ਉੱਥੋਂ ਅੰਦਰੂਨੀ ਰਿਪੋਰਟਾਂ ਅਤੇ ਹੋਰ ਜਿਹੜੇ ਰਿਪੋਰਟਰ ਉੱਥੇ ਜਾ ਕੇ ਦੱਸਦੇ ਨੇ ਵੀ ਉਹ ਡਿਟੈਂਸ਼ਨ ਸੈਂਟਰਸ ਇੱਕ ਹਿਸਾਬ ਦੇ ਨਾਲ ਜਿਹੜੇ ਬਣੇ ਹੋਏ ਆ ਉਹ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇੰਪੀਚਮੈਂਟ ਦੀ ਇਨਕੁਆਇਰੀ ਚੱਲ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਨੇ ਕਹਿੰਦੇ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਆਪਣੀ ਜਿਹੜੀ ਵਾਰ ਆ ਉਹ ਇੰਪੀਚਮੈਂਟ ਇਨਕੁਆਇਰੀ ਦੇ ਅਗੇਂਸਟ ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਆ। ਅਤੇ ਵਾਈਟ ਹਾਊਸ ਦੇ ਆਫੀਸ਼ੀਅਲ ਜਿਹੜੇ ਆ ਉਹ ਕਹਿੰਦੇ ਆ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਇਲੈਕਸ਼ਨ ਹੈਗੀ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਉੱਪਰ ਥੱਲੇ ਕਰਨ ਦੀ ਇਹ ਕੋਸ਼ਿਸ਼ ਹੋ ਰਹੀ ਆ। ਅਤੇ ਨਾਲ ਦੀ ਨਾਲ ਕੁਛ ਕੁ ਉਹਨਾਂ ਨੇ ਇਹ ਵੀ ਪੁਆਇੰਟ ਕੱਢੇ ਆ ਵੀ ਜਿਹੜਾ ਵਿਸਲ ਬਲੋਅਰ ਸੀਗਾ ਉਹਦੀਆਂ 2020 ਦੇ ਡੈਮੋਕ੍ਰੇਟਿਕ ਕੈਂਡੀਡੇਟ ਦੇ ਨਾਲ ਜਿਹੜੇ ਕੋਈ ਨਾ ਕੋਈ ਸੰਬੰਧ ਹੈਗੇ ਆ। ਪਰ ਜਿਸ ਤਰ੍ਹਾਂ ਸੀਰੀਆ ਨੂੰ ਲੈ ਕੇ ਕਹਿੰਦੇ ਰਿਪਬਲਿਕਨ ਜਿਹੜੇ ਆ ਉਹ ਸਟਿਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪੂਰੀ ਸਪੋਰਟ ਕਰ ਰਹੇ ਆ, ਪਰ ਸੀਰੀਆ ਦੇ ਮੁੱਦੇ ਦੇ ਉੱਤੇ ਕਾਫੀ ਜਾਣੇ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਆਏ ਹੈਗੇ ਆ। ਲਿੰਡਸੇ ਗ੍ਰੈਹਮ ਦਾ ਹਰਜੋਤ ਸਿੰਘ ਜੀ ਬਿਆਨ ਆਇਆ ਸੀਗਾ ਵੀ ਜਿਹੜਾ ਕੋਈ ਵਾਈਟ ਹਾਊਸ, ਜਿਹੜਾ ਕੋਈ ਪ੍ਰੈਜ਼ੀਡੈਂਟ ਕਾਂਗਰਸ ਦੇ ਖਿਲਾਫ ਜਾਂਦਾ ਆ ਤੇ ਇੰਪੀਚਮੈਂਟ ਇਨਕੁਆਇਰੀ ਉਸ ਦੇ ਖਿਲਾਫ ਜਿਹੜੀ ਉਹ ਰੋਕ ਨਹੀਂ ਸਕਦੀ, ਉਸ ਦੇ ਖਿਲਾਫ ਹੋਊਗੀ। ਤੁਸੀਂ ਨਹੀਂ ਕੁਝ ਕੀਤਾ ਤੇ ਫਿਰ ਜਿਹੜਾ ਜੀ ਹੋਣ ਤੋਂ ਪਤਾ ਲੱਗ ਜਾਊਗਾ ਉਹ ਸਾਹਮਣੇ। ਕਾਂਗਰਸ ਨੂੰ ਜਿਸ ਤਰੀਕੇ ਦੇ ਨਾਲ ਜਿਹੜੇ ਇਸ ਟਾਈਮ ਵਾਈਟ ਹਾਊਸ ਵਾਲੇ ਰੋਕ ਰਹੇ, ਖਾਸ ਕਰਕੇ ਪ੍ਰੈਜ਼ੀਡੈਂਟ ਜਿਹੜੇ ਉਹ ਰੋਕ ਰਹੇ ਆ, ਉਹ ਚੀਜ਼ਾਂ ਕਾਫੀ ਜਿਹੜੀਆਂ ਗੌਰ ਮੰਗਦੀਆਂ ਨੇ ਵੀ ਇੱਥੇ ਬਣੂਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ। ਇੱਦਾਂ ਦਾ ਕੋਈ ਵੀ ਆਪਣੀ ਪਾਵਰ ਦੇ ਹਿਸਾਬ ਦੇ ਨਾਲ ਕੋਈ ਵੀ ਜਿਹੜਾ ਉਹ ਬਿਆਨ ਦੇ ਕੇ ਕੁਛ ਵੀ ਜਿਹੜਾ ਉਹ ਕਰ ਸਕਦਾ ਹੈ। ਵਿਸਲ ਬਲੋਵਰ ਦਾ ਉਸ ਦੇ ਨਾਲ ਸੰਬੰਧ ਸੀਗਾ ਨਹੀਂ ਸੀਗਾ, ਪਰ ਗੱਲ ਮਸਲਾ ਤਾਂ ਇਹ ਆ ਵੀ ਕੀ ਵਾਕਿਆ ਹੀ ਇਹਨਾਂ ਨੇ ਜਿਹੜੇ ਫੋਰਨ ਜਿਹੜੇ ਹੈਗੇ ਆ ਬਾਹਰਲੇ ਮੁਲਕ ਆ ਉਹਨਾਂ ਤੋਂ ਮਦਦ ਮੰਗੀ। ਇਹ ਤਾਂ ਖੁਦ ਜਿਹੜਾ ਸ਼ਰੇਆਮ ਪਬਲਿਕ ਦੇ ਵਿੱਚ ਜਿਹੜਾ ਜਾ ਕੇ ਉਹਨਾਂ ਨੇ ਯੂਕਰੇਨ ਅਤੇ ਚਾਈਨਾ ਨੂੰ ਬਾਈਡਨ ਦੇ ਖਿਲਾਫ ਜਿਹੜੀ ਤਫਤੀਸ਼ ਕਰਨ ਦੇ ਲਈ ਜਿਹੜਾ ਉਹ ਆਖ ਦਿੱਤਾ ਹੈ, ਜਿਹੜਾ ਕਿ ਉਹਨਾਂ ਦਾ ਇਸ ਟਾਈਮ ਮੇਨ ਵਿਰੋਧੀ ਇੱਕ ਪੋਲੀਟੀਕਲ ਜਿਹੜਾ ਉਹ ਰਾਈਵਲ ਹੈਗਾ ਆ। ਸੋ ਇਹ ਇਲੈਕਸ਼ਨ ਅਨਡੂ ਕਰਨ ਦੀ ਤਾਂ ਇਸ ਦੇ ਵਿੱਚ ਕੋਈ ਗੱਲ ਨਹੀਂ। ਇਹ ਤਾਂ ਚਲੋ ਉਹਨਾਂ ਨੇ ਹੁਣ ਜਿਹੜਾ ਬਹਾਨਾ ਵੀ ਬਣਾਉਣਾ ਆ ਅਤੇ ਉਹਨਾਂ ਨੇ ਕਹਿਣਾ ਵੀ ਆ। ਵਾਈਟ ਹਾਊਸ ਨੇ ਇਨਕਾਰ ਵੀ ਕਰ ਦਿੱਤਾ, ਕਹਿੰਦੇ ਵੀ ਅਸੀਂ ਕਿਸੇ ਤਰੀਕੇ ਦਾ ਕੋਈ ਮਦਦ ਜਿਹੜੀ ਇਸ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਜਿਹੜੀ ਉਹ ਨਹੀਂ ਕਰਾਂਗੇ। ਕੱਲ੍ਹ ਜਿਹੜਾ ਯੂਰਪੀਅਨ ਯੂਨੀਅਨ ਨੂੰ ਅੰਬੈਸਡਰ ਸੀ ਅਮਰੀਕਾ ਦਾ, ਉਸ ਨੂੰ ਕਾਂਗਰਸ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਫਿਰ ਕਮੇਟੀ ਨੇ ਸ਼ਾਇਦ ਉਸ ਨੂੰ ਜਿਹੜਾ ਹੁਣ ਸਪੀਨਾ ਜਿਹੜਾ ਆ ਉਹ ਜਿਹੜਾ ਉਹ ਘੱਲਿਆ ਜਾਊਗਾ। ਸੋ ਇਹ ਕਿਤੇ ਨਾ ਕਿਤੇ ਓਵਰਆਲ ਜਿਹੜੇ ਰਾਸ਼ਟਰਪਤੀ ਟਰੰਪ ਦੇ ਲਈ ਜਿੰਨੀਆਂ ਚੀਜ਼ਾਂ ਉਹ ਕਰ ਰਹੇ ਨੇ, ਜਿੱਦਾਂ ਦੀ ਇਹ ਬਿਆਨਬਾਜ਼ੀ ਹੋ ਰਹੀ ਹੈ, ਉਹਨਾਂ ਦੇ ਲਈ ਮਾੜੀ ਜਿਹੜੀ ਉਹ ਸਾਬਤ ਹੋ ਸਕਦੀ ਹੈ। ਇੱਥੋਂ ਤੱਕ ਕਿ ਜਿਹੜੇ ਰਿਪਬਲਿਕਨਸ ਵੀ ਜਿਹੜੇ ਉਹ ਕਹਿ ਰਹੇ ਨੇ ਵੀ ਰਾਸ਼ਟਰਪਤੀ ਟਰੰਪ ਨੂੰ ਆਪਣੀ ਇੰਪੀਚਮੈਂਟ ਦੇ ਉੱਤੇ ਕਿਸੇ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਆ ਉਹ ਨਹੀਂ ਕਰਨੀ ਚਾਹੀਦੀ। ਉਸ ਦੇ ਨਾਲ ਉਹਨਾਂ ਦਾ ਹੀ ਜਿਹੜਾ ਓਵਰਆਲ ਕਹਿ ਲਓ ਵੀ ਕੱਦ ਜਿਹੜਾ ਉਹ ਡਾਊਨ ਹੁੰਦਾ ਆ। ਹੁਣ ਦੇਖਦੇ ਹਾਂ ਵੀ ਕੀ 2020 ਤੋਂ ਪਹਿਲਾਂ ਇਹ ਜਿਹੜੀ ਇੰਪੀਚਮੈਂਟ ਇਨਕੁਆਇਰੀ ਵੋਟ ਵਾਲੇ ਪਾਸੇ ਨੂੰ ਜਿਹੜੀ ਵਧੂਗੀ, ਜਾਂ ਇਹ ਜਿਹੜਾ ਸਿਆਸੀ ਮਾਹੌਲ ਆ ਇਸੇ ਤਰੀਕੇ ਦੇ ਨਾਲ ਇਨਕੁਆਇਰੀ ਦੇ ਨਾਮ ਦੇ ਅਧੀਨ ਹੀ ਜਿਹੜਾ ਉਹ ਚੱਲਦਾ ਰਹੂਗਾ। ਅਤੇ ਜੇ ਵੋਟ ਹੁੰਦੀ ਆ ਤਾਂ ਉਸ ਦੇ ਵਿੱਚ ਕਿੱਦਾਂ ਦਾ ਸਿੱਟਾ ਜਿਹੜਾ ਉਹ ਨਿਕਲਦਾ ਹੈ। ਸੋ ਕਾਫੀ ਜਿਹੜਾ ਸਿਆਸੀ ਗਹਿਮਾ ਗਹਿਮੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਇੱਥੇ ਲਗਾਤਾਰ ਇੱਦਾਂ ਹੀ ਜਿਹੜੀ ਉਹ ਬਣੀ ਰਹਿਣੀ ਹੈਗੀ ਆ। ਅਗਲੀ ਖਬਰ ਜਿਹੜੀ ਯੂਕੇ ਤੋਂ ਆ ਰਹੀ ਹੈ, ਯੂਕੇ ਦੇ ਵਿੱਚ ਕਹਿੰਦੇ ਪਈ ਜੇ ਬ੍ਰੈਕਸਿਟ ਜਿਹੜਾ ਹੋਣਾ ਆ, ਜੇ ਡੀਲ ਬਣਦੀ ਆ ਜਾਂ ਨਹੀਂ ਬਣਦੀ ਆ, ਉਹਦੇ ਨਾਲ ਜਿਹੜੀ ਯੂਕੇ ਦੀ ਇਕੋਨਮੀ ਆ ਉਹਦੇ 'ਤੇ ਬਹੁਤ ਬੁਰਾ ਅਸਰ ਪਏਗਾ। ਅਤੇ ਕਹਿੰਦੇ ਇਹ ਵੀ ਹੋ ਸਕਦਾ ਆ ਵੀ ਜਿਸ ਤਰ੍ਹਾਂ ਦਾ ਮਾਹੌਲ ਉੱਥੇ ਚੱਲ ਰਿਹਾ ਆ ਉਹਦੇ ਨਾਲ ਯੂਕੇ ਦੇ ਵਿੱਚ ਜਿਹੜੀਆਂ ਦੁਬਾਰਾ ਕੀ ਇਲੈਕਸ਼ਨ ਹੋ ਜਾਣ। ਅਤੇ ਜੇ ਇਲੈਕਸ਼ਨ ਹੁੰਦੀਆਂ ਤਾਂ ਕਹਿੰਦੇ ਵੀ ਜਿਹੜਾ ਇੱਕ ਕੋਰਵਾਈਨ ਆ, ਜਰਮੀ ਕੋਰਵਾਈਨ,
ਵਿਰੋਧੀ ਪਾਰਟੀ ਦਾ ਉਹ ਲੀਡਰ, ਜੀ ਉਹ ਅੱਗੇ ਆ ਸਕਦਾ ਆ। ਪਰ ਜੇ ਉਹ ਅੱਗੇ ਆਉਂਦਾ ਆ ਤੇ ਉਹਦੇ ਜਿਹੜੇ ਕਹਿੰਦੇ ਟੈਕਸ ਤੇ ਨੈਸ਼ਨਲਾਈਜੇਸ਼ਨ ਏਜੰਡਾ ਜਿਹੜਾ ਉਹਦਾ ਹੈਗਾ ਆ, ਉਹ ਜਿਹੜਾ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਊਗਾ। ਆਲਰੇਡੀ ਜਿਹੜਾ ਯੂਕੇ ਦੀ ਇਕੋਨਮੀ 'ਤੇ ਕਾਫੀ ਬੁਰਾ ਅਸਰ ਪੈ ਚੁੱਕਾ ਹੈ, ਕਹਿੰਦੇ ਡੈਮੇਜ ਹੋ ਚੁੱਕਾ ਹੈ। ਯੂਕੇ ਦੀ ਇਕੋਨਮੀ ਆਲਰੇਡੀ 2.5% ਸਮਾਲਰ ਹੈਗੀ ਆ 3 ਸਾਲਾਂ ਨਾਲੋਂ। ਸੋ ਕਾਫੀ ਬੁਰਾ ਅਸਰ ਪਿਆ। ਅਤੇ ਜੇ ਕਹਿੰਦੇ ਪਈ ਯੂਰਪੀਅਨ ਯੂਨੀਅਨ ਦੇ ਵਿੱਚ ਯੂਕੇ ਰਹਿੰਦਾ ਹੈਗਾ ਆ, ਅਤੇ ਫਿਰ ਯੂਕੇ ਦੀ ਇਕੋਨਮੀ ਨੂੰ ਫਾਇਦਾ ਹੈਗਾ ਆ। ਅਤੇ ਜੇ ਡਿਲੇ ਹੁੰਦਾ ਆ ਤਾਂ ਵੀ ਨੁਕਸਾਨ ਆ, ਜੇ ਨਹੀਂ ਡਿਲੇ ਹੁੰਦਾ ਤਾਂ ਫਿਰ ਬਹੁਤ ਜ਼ਿਆਦਾ ਜਿਹੜਾ ਯੂਕੇ ਦੇ ਵਿੱਚ ਇਕੋਨਮੀ ਦਾ ਨੁਕਸਾਨ ਹੋਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਕਹਿੰਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੋਣ ਜਾ ਰਿਹਾ ਹੈ ਵੀ ਜਿਹੜੇ ਬਿਲੀਅਨੇਅਰਸ ਆ ਉਹ ਇੱਕ ਵਰਕਿੰਗ ਕਲਾਸ ਜਿਹੜੇ ਰੋਜ਼ਮਰਾ ਦਾ ਜਿਹੜਾ ਕੰਮ ਕਰਦੇ, ਕੋਈ ਮਿਨੀਮਮ ਵੇਜ 'ਤੇ ਜਾਂ ਥੋੜ੍ਹਾ ਬਹੁਤਾ ਮਿਡਲ ਦੇ ਵਿੱਚ ਜਿਹੜੇ ਉਹ ਕੰਮ ਕਰ ਰਹੇ ਨੇ, ਉਹਨਾਂ ਤੋਂ ਵੀ ਘੱਟ ਟੈਕਸ ਜਿਹੜੇ ਉਹ ਦੇਣਗੇ। ਇਹਨਾਂ ਦੇ ਵਿੱਚ ਐਮਾਜ਼ੋਨ ਦਾ CEO ਵਰਗੇ ਜਿਹੜੇ ਜੈਫ ਬੈਜ਼ੋਸ, ਰਾਸ਼ਟਰਪਤੀ ਟਰੰਪ, ਡੋਨਲਡ ਟਰੰਪ, ਵਾਰਨ ਬਫੇ ਵਰਗੇ ਜਿਹੜੇ ਬੰਦੇ ਹੈਗੇ ਆ, ਵੀ ਜਿਹੜੀਆਂ ਅਲਟਰਾ ਰਿਚ 400 ਜਿਹੜੀਆਂ ਫੈਮਲੀਜ਼ ਹੈਗੀਆਂ ਆ, ਉਹ ਇਸ ਵਾਰ ਜਿਹੜੇ ਬਾਟਮ 50% ਲੋਕ ਹੈਗੇ ਅਮਰੀਕਾ ਦੇ ਜਿਹੜੇ ਵਿੱਚ ਰਹਿੰਦੇ ਆ, ਉਹਨਾਂ ਤੋਂ ਵੀ ਘੱਟ ਟੈਕਸ ਜਿਹੜਾ ਉਹ ਉਹਨਾਂ ਨੇ ਜਿਹੜਾ ਉਹ ਭਰਨਾ ਆ। ਸੋ ਜਿਹੜੀਆਂ ਕਹਿੰਦੇ ਵੀ ਇਹ ਟੌਪ ਦੀਆਂ 400 ਫੈਮਲੀਜ਼ ਹੈਗੀਆਂ ਆ, ਉਹ ਇਸ ਵਾਰੀ ਜਿਹੜਾ 23% ਜਿਹੜਾ ਟੈਕਸ ਭਰਨਗੇ, ਅਤੇ ਐਵਰੇਜ ਜਿਹੜੇ 50% ਜਿਹੜੇ ਥੱਲੇ ਜਿਹੜੀ ਘੱਟ ਵੇਜ ਵਾਲੇ ਜਿਹੜੇ ਲੋਕ ਨੇ, ਅਮੈਰੀਕਨਸ ਨੇ, ਉਹਨਾਂ ਨੇ 24.2% ਜਿਹੜਾ ਟੈਕਸ ਭਰਨਾ ਹੈ। ਸੋ ਤੁਸੀਂ ਹੁਣ ਦੇਖੋ ਵੀ ਤਾਂ ਹੀ ਰੌਲਾ ਜਿਹੜਾ ਇੰਨਾ ਪੈਂਦਾ ਆ ਵੀ ਇੰਨੇ ਜ਼ਿਆਦਾ ਪੈਸੇ ਕਮਾਉਣ ਦੇ ਬਾਵਜੂਦ ਟੈਕਸ ਦੇ ਜਿਹੜੇ ਲੂਪ ਹੋਲਸ ਨੂੰ ਵਰਤਦੇ ਹੋਏ ਜਿਹੜੇ ਅਮੀਰ ਲੋਕ ਆ, ਉਹ ਕਿਸ ਤਰੀਕੇ ਦੇ ਨਾਲ ਇੱਕ ਆਮ ਜਿਹੜਾ ਮਸਾਂ ਹੀ ਜਿਹੜਾ ਗੁਜ਼ਰ ਬਸਰ ਕਰ ਰਿਹਾ ਆ, ਉਹਨਾਂ ਤੋਂ ਵੀ ਘੱਟ ਟੈਕਸ ਜਿਹੜਾ ਉਹ ਪੇ ਕਰ ਰਿਹਾ ਹੈ। ਐਮਾਜ਼ੋਨ ਵਰਗੀ ਕੰਪਨੀ ਜਿਹੜੀ ਆ ਉਹ ਉਹਨਾਂ ਨੂੰ ਫੈਡਰਲ ਟੈਕਸ ਜਿਹੜਾ ਉਹ ਦੇਣਾ ਹੀ ਨਹੀਂ ਪਿਆ ਸੀਗਾ ਪਿਛਲੇ ਸਾਲ ਦੇ ਵਿੱਚ। ਸੋ ਇਸੇ ਕਰਕੇ ਜਿਹੜਾ ਆ ਜਿਹੜੇ ਖਾਸ ਕਰਕੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ 2 ਕੈਂਡੀਡੇਟਸ ਹੈਗੇ ਆ, ਜਿਨ੍ਹਾਂ ਦੇ ਵਿੱਚ ਐਲਿਜ਼ਬੈਥ ਵਾਰਨ ਅਤੇ ਬਰਨੀ ਸੈਂਡਰਸ ਆ, ਉਹਨਾਂ ਨੇ ਜਿਹੜੇ ਬਿਲੀਅਨੇਅਰਸ ਦੇ ਉੱਤੇ ਜਿਹੜੇ ਟੈਕਸ ਦੇ ਪ੍ਰਪੋਜ਼ਲ ਜਿਹੜੇ ਉਹ ਰੱਖੇ ਹੋਏ ਨੇ। ਹੁਣ ਤੁਸੀਂ ਦੇਖੋ ਵੀ ਜਦੋਂ ਇਹਨਾਂ ਨੇ 1% ਵੀ ਜੇ ਬੰਦੇ ਆਮ ਲੋਕਾਂ ਦੇ ਨਾਲ ਉਹ ਘੱਟ ਟੈਕਸ ਪੇ ਕਰਦੇ ਆ, ਅਤੇ ਮਿਲੀਅਨਸ ਆਫ ਡਾਲਰ ਜਿਹਦੇ ਵਿੱਚ ਸਿੱਧਾ ਉਹ ਟੈਕਸ ਜਿਹੜਾ ਉਹ ਬਚਾਉਂਦੇ ਨੇ, ਅਤੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਉੱਤੇ ਜਿਹੜਾ ਥੋੜ੍ਹਾ ਬਹੁਤਾ ਜੇ ਉਹਨਾਂ ਨੂੰ ਘੱਟ ਵੀ ਉਹਨਾਂ ਦਾ ਪਰਸੈਂਟੇਜ ਟੈਕਸ ਘੱਟ ਹੁੰਦਾ ਹੈ, ਉਹਨਾਂ ਦੇ ਉੱਤੇ ਕੋਈ ਬਹੁਤਾ ਅਸਰ ਜਿਹੜਾ ਇੱਦਾਂ ਨਹੀਂ ਪੈਂਦਾ, ਪਰ ਉਹਨਾਂ ਦੇ ਜਿਹੜੇ ਅਮੀਰ ਲੋਕਾਂ ਦੇ ਕਾਫੀ ਜ਼ਿਆਦਾ ਜਿਹੜੇ ਇਸ ਦੇ ਵਿੱਚ ਬਚਦੇ ਨੇ। ਸੋ ਇਹ ਐਨਾਲਿਸਿਸ ਕਹਿੰਦੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਨਿਊਯਾਰਕ ਟਾਈਮਜ਼ ਆ ਉਹਨਾਂ ਨੇ ਜਿਹੜਾ ਉਹ ਕੱਢਿਆ ਸੀਗਾ ਵੀ ਜਿਹੜੇ ਟੌਪ ਦੇ 0.01% ਜਿਹੜੇ ਹੈਗੇ ਆ, ਉਹਨਾਂ ਨੇ ਆਮ ਲੋਕਾਂ ਦੇ ਨਾਲੋਂ ਵੀ ਘੱਟ ਟੈਕਸ ਜਿਹੜਾ ਆ ਇਸ ਵਾਰੀ ਉਹ ਭਰਿਆ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਅਲਬਾਮਾ ਤੋਂ ਆ ਰਹੀ ਆ। ਅਲਬਾਮਾ ਦੇ ਵਿੱਚ ਮੌਂਟਗੋਮਰੀ ਜਿਹੜਾ ਸ਼ਹਿਰ ਹੈਗਾ ਆ, ਪਹਿਲੀ ਵਾਰੀ ਕਹਿੰਦੇ ਵੀ 200 ਸਾਲਾਂ ਦੇ ਇਤਿਹਾਸ ਦੇ ਵਿੱਚ ਉੱਥੇ ਕਾਲੇ ਮੂਲ ਦਾ ਜਿਹੜਾ ਮੇਅਰ ਆ ਉਸ ਨੂੰ ਚੁਣਿਆ ਗਿਆ। ਸਟੀਵਨ ਰਾਈਟ ਨੂੰ ਜਿਹੜਾ 45 ਸਾਲਾਂ ਦਾ ਨੌਜਵਾਨ ਆ, ਉਸ ਨੂੰ ਪਹਿਲੀ ਵਾਰੀ ਜਿਹੜਾ ਮੇਅਰ ਆ ਉੱਥੇ ਦਾ ਬਣਾਇਆ ਗਿਆ ਆ। ਇਹ ਮੌਂਟਗੋਮਰੀ ਉਹੀ ਸ਼ਹਿਰ ਆ ਜਿੱਥੋਂ ਸਿਵਲ ਰਾਈਟਸ ਦੀ ਮੂਵਮੈਂਟ ਸ਼ੁਰੂ ਹੋਈ ਸੀ, ਅਤੇ ਉਸ ਟਾਈਮ ਮਿਸਿਸ ਪਾਰਕਸ ਨਾਮ ਦੀ ਇੱਕ ਕਾਲੇ ਮੂਲ ਦੀ ਲੇਡੀ ਸੀ, ਜਿਹੜੀ ਕਿ ਇੱਕ ਗੋਰੇ ਲੋਕਾਂ ਦੀ ਜਿਹੜੀ ਸੀਟ ਬਣੀ ਹੋਈ ਸੀ ਬੱਸ ਦੇ ਉੱਤੇ, ਉੱਥੇ ਉਹ ਬਹਿ ਗਈ ਅਤੇ ਉਹਨੂੰ ਉਠਾਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉੱਠੀ ਨਹੀਂ। ਉਹ ਤੋਂ ਬਾਅਦ ਫਿਰ 381 ਦਿਨਾਂ ਦਾ ਜਿਹੜਾ ਆ ਬਾਈਕਾਟ ਜਿਹੜਾ ਚੱਲਿਆ ਸੀਗਾ ਬੱਸ ਸਿਸਟਮ ਦੇ ਅਗੇਂਸਟ, ਮਾਰਟਨ ਲੂਥਰ ਕਿੰਗ ਜੂਨੀਅਰ ਨੇ ਸ਼ੁਰੂ ਕੀਤਾ ਸੀ। ਅਤੇ ਉਸ ਤੋਂ ਬਾਅਦ ਹੁਣ 200 ਸਾਲਾਂ ਬਾਅਦ ਜਿਹੜੀ ਇਲੈਕਸ਼ਨ ਜਿਹੜੀ ਇਸ ਵਾਰੀ ਹੋਈ ਹੈਗੀ ਆ ਉੱਥੇ, ਅਤੇ ਮਿਸਟਰ ਜਿਹੜੇ ਸਟੀਵਨ ਰੀਡ ਆ ਉਹ 67% ਵੋਟਾਂ ਲੈ ਕੇ ਜਿਹੜੇ ਉਹ ਜਿੱਤੇ ਹੈਗੇ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਬੀਤੇ ਦਿਨਾਂ ਦੇ ਵਿੱਚ ਸਟਾਕਟਨ ਦੇ ਜਿਹੜੇ ਬਹੁਤ ਹੀ ਜਿਹੜਾ ਯੰਗ ਮੇਅਰ ਹੈਗਾ, 30 ਸਾਲ ਤੋਂ ਵੀ ਘੱਟ ਜਿਹੜੀ ਉਸ ਦੀ ਉਮਰ ਆ, ਉਸ ਨੇ ਜਿਹੜਾ ਇੱਕ ਨਵਾਂ ਉੱਥੇ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ ਹੈ, ਜਿਸ ਦੇ ਵਿੱਚ $500 ਜਿਹੜੇ ਜਿਨ੍ਹਾਂ ਦੇ ਕੋਲ ਬੇਸਿਕਲੀ ਘੱਟ ਆ ਜਾਂ ਬਹੁਤ ਘੱਟ ਇਨਕਮ ਵਾਲੇ ਆ, ਉਹਨਾਂ ਪਰਿਵਾਰਾਂ ਨੂੰ ਦੇਣਾ, ਨੋ ਸਟ੍ਰਿੰਗਸ ਅਟੈਚਡ। ਮਤਲਬ ਇਹ ਨਹੀਂ ਆ ਵੀ ਤੁਸੀਂ ਆਹ ਕਰੋਗੇ ਤਾਂ ਤਾਂ ਮਿਲਣਾ, ਜਾਂ ਉਹ ਕਰੋਗੇ ਜਾਂ ਤਾਂ ਮਿਲਣਾ ਹੈ, ਵੀ ਜਿਹੜੇ ਇਸ ਪਾਇਲਟ ਪ੍ਰੋਗਰਾਮ ਦੇ ਵਿੱਚ ਆਏ ਉਹਨਾਂ ਨੂੰ ਉਹ ਦੇਣ ਜਿਹੜੇ ਉਹ ਜਾ ਰਹੇ ਨੇ। ਸੋ ਉਸ ਪ੍ਰੋਗਰਾਮ ਦੇ ਤਹਿਤ ਹਰਜੋਤ ਸਿੰਘ ਜੀ ਇਹ ਜਿਹੜੀਆਂ ਖਬਰਾਂ ਆਈਆਂ ਸੀਗੀਆਂ ਵੀ ਕਾਫੀ ਲੋਕਾਂ ਨੇ ਉਸ ਦਾ ਜਿਹੜਾ ਸਹੀ ਪ੍ਰਯੋਗ ਵੀ ਜਿਹੜਾ ਕਿਤੇ ਨਾ ਕਿਤੇ ਉਹ ਕੀਤਾ ਹੈਗਾ ਆ। ਸੋ ਉਸ ਦੇ ਵਿੱਚ ਕਹਿੰਦੇ ਵੀ
40% ਤੋਂ ਵੱਧ ਲੋਕਾਂ ਨੇ ਜਿਹੜੇ ਆਪਣੇ ਯੂਟਿਲਿਟੀ ਦੇ ਬਿੱਲ, ਰੈਂਟ ਆ, ਉਸ ਪਾਸੇ ਵੱਲ ਨੂੰ ਜਿਹੜੇ ਉਹ ਦਿੱਤੇ ਨੇ। ਸੋ ਇਹ ਇੱਕ ਬਿਲਕੁਲ ਹੀ ਨਵਾਂ ਜਿਹੜਾ ਪ੍ਰੋਗਰਾਮ ਆ। ਕਹਿੰਦੇ ਵੀ ਮਾਰਟਨ ਲੂਥਰ ਕਿੰਗ ਨੇ 1967 ਦੇ ਵਿੱਚ ਅਜਿਹੀ ਜਿਹੜੀ ਗੱਲ ਕੀਤੀ ਸੀ ਯੂਨੀਵਰਸਲ ਜਿਹੜੀ ਇਨਕਮ ਨੂੰ ਲੈ ਕੇ, ਤੇ ਜਿਹੜਾ ਇਸ ਟਾਈਮ ਇੱਕ ਹੋਰ ਡੈਮੋਕ੍ਰੇਟ ਪਾਰਟੀ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਐਂਡਰਿਊ ਯੈਂਗ ਜਿਹੜਾ ਆ, ਉਸਨੇ ਵੀ ਜਿਹੜੀ ਇਹ ਚੀਜ਼ ਜਿਹੜੀ ਉਹ ਕੀਤੀ ਹੈ। ਉਹਨਾਂ ਨੇ ਵੀ ਇਨਫੈਕਟ ਪਾਇਲਟ ਪ੍ਰੋਗਰਾਮ ਜਿਹੜਾ ਉਹ ਸਟਾਰਟ ਕੀਤਾ। ਉਹਨਾਂ ਨੇ ਸ਼ਾਇਦ 1 ਸਾਲ ਦੇ ਲਈ ਕੁਛ ਕੁ ਜਿਹੜੇ 10 ਪਰਿਵਾਰਾਂ ਨੂੰ, ਸ਼ਾਇਦ ਕੁਛ ਪਰਿਵਾਰਾਂ ਨੂੰ $1000 ਪਰ ਮੰਥ ਦੇਣ ਦਾ ਜਿਹੜਾ ਆ ਉਹ ਕੀਤਾ ਹੈ, ਵੀ ਉਸ ਦੇ ਉੱਤੇ ਟੈਸਟ ਕਰਨਗੇ ਵੀ ਕਿਸ ਤਰੀਕੇ ਦੇ ਨਾਲ ਉਸ ਦਾ ਜਿਹੜਾ ਫਰਕ ਪੈਂਦਾ ਆ। ਸੋ ਸਟਾਕਟਨ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰਾਂ ਦੇ ਵਿੱਚੋਂ ਇੱਕ ਸੀਗਾ ਜਿਨ੍ਹਾਂ ਨੇ ਬੈਂਕਰਪਸੀ ਜਿਹੜੀ ਉਹ ਫਾਈਲ ਕੀਤੀ ਸੀ। ਕਾਫੀ ਜਿਹੜੇ ਮੰਦੇ ਹਾਲ ਆ, ਹੋਮਲੈਸਨੈਸ ਉੱਥੇ ਬਹੁਤ ਹੀ ਜ਼ਿਆਦਾ ਪੈਮਾਨੇ ਦੇ ਵਿੱਚ ਜਿਹੜੀ ਉਹ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਉਹ ਫੈਲੀ ਹੋਈ ਆ। ਸੋ ਉੱਥੋਂ ਦੇ ਜਿਹੜੇ ਮੇਅਰ ਹੈਗੇ ਆ ਸਟਾਕਟਨ ਦੇ, ਉਹਨਾਂ ਨੇ ਹੁਣ ਜਿਹੜਾ ਇਹ ਨਵਾਂ ਪ੍ਰੋਗਰਾਮ ਆ ਉਹ ਸ਼ੁਰੂ ਕੀਤਾ ਹੈ। ਸੋ ਦੇਖਦੇ ਹਾਂ ਵੀ ਇਸ ਦੇ ਨਾਲ ਕਿਸ ਤਰੀਕੇ ਦੀ ਜਿਹੜੀ ਲੋਕਾਂ ਦੀ ਜਿਹੜੀ ਉਹ ਮਦਦ ਆ ਉਹ ਹੋਵੇਗੀ। ਸੋ ਮਾਈਕਲ ਟਬਸ ਨਾਂ ਦਾ ਜਿਹੜਾ ਇਹ ਮੇਅਰ ਜਿਹੜਾ ਹੈਗਾ ਆ, ਬੜਾ ਯੰਗ ਹੈਗਾ, 29 ਸਾਲਾਂ ਦਾ, ਤੇ ਸਟਾਕਟਨ ਦਾ ਹੀ ਬੋਰਨ ਆ ਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਇਹ ਪੜ੍ਹਿਆ ਹੋਇਆ ਹੈ। ਬਿਲਕੁਲ। ਸੋ ਇਹ ਹਰਜੋਤ ਸਿੰਘ ਜੀ ਦੇਖੋ, ਕਈ ਦੀ ਜਦੋਂ ਜ਼ਿੰਦਗੀ ਦੇ ਵਿੱਚ ਬਦਲਾਵ ਇੱਦਾਂ ਦਾ ਜਿਹੜਾ ਉਹ ਆ ਜਾਂਦਾ ਆ, ਸੋ ਹੈ ਤਾਂ ਪੜ੍ਹਿਆ ਲਿਖਿਆ ਸਿਆਣਾ ਵੀ ਆ। ਸੋ ਇਸ ਨੇ ਜਿਹੜੀ ਚੀਜ਼ ਟਰਾਈ ਜਿਹੜੀ ਉਹ ਕਰ ਰਹੇ ਆ, ਤੇ ਇਹ ਬਹੁਤ ਸਾਰੀ ਟੈਡ ਟਾਕਸ ਵੀ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਉਹ ਦੇ ਚੁੱਕਾ ਹੋਇਆ ਆ। ਸੋ ਇਹ 18 ਮਹੀਨੇ ਦਾ ਜਿਹੜਾ ਕਹਿੰਦੇ ਇਹਨਾਂ ਨੇ ਇੱਕ ਐਕਸਪੈਰੀਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ 1.5 ਸਾਲ ਦੇ ਲਈ। ਬੇਸਿਕ ਜਿਹੜੀ ਇਨਕਮ $500 ਪਰ ਮੰਥ ਦੇ ਹਿਸਾਬ ਦੇ ਨਾਲ। ਸੋ ਦੇਖਦੇ ਹਾਂ ਵੀ ਇਸ ਦੇ ਨਾਲ ਕਿੰਨਾ ਕੁ ਜਿਹੜਾ ਉਹ ਫਰਕ ਪੈਣ ਜਾ ਰਿਹਾ। ਹਾਲ ਦੀ ਘੜੀ ਸਿਰਫ 125 ਲੋਕਾਂ ਦੇ ਉੱਤੇ ਇਸ ਦਾ ਤਜਰਬਾ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਾਲ ਕਿੱਦਾਂ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲਦਾ ਆ। ਤੇ ਇਹ ਕਾਫੀ ਇੱਕ ਕੰਟਰੋਵਰਸ਼ੀਅਲ ਜਿਹਾ ਇੱਕ ਪ੍ਰੋਗਰਾਮ ਵੀ ਹੈਗਾ। ਕਈ ਲੋਕ ਜਿਹੜੇ ਲਾਈਕ ਕਰਦੇ, ਕਈ ਲੋਕ ਨਹੀਂ ਲਾਈਕ ਕਰਦੇ। ਹੁਣ ਆਪਾਂ ਜਿਹੜੇ ਪਿਛਲੀ ਗੱਲ ਕਰਕੇ ਹਟੇ ਵੀ ਬਿਲੀਅਨਰਸ ਨੂੰ ਭਾਈ ਟੈਕਸ ਲਾਓ, ਟੈਕਸ ਲਾ ਕੇ ਜਿਹੜਾ ਤੁਹਾਡੇ ਕੋਲ ਕੁਝ ਹੋਊਗਾ ਤੇ ਉਹਨਾਂ ਤੋਂ ਤਾਂ ਪੈਸੇ ਲਓ। ਇਹਨਾਂ ਨੂੰ ਜਿਹੜਾ ਕਈਆਂ ਨੂੰ $500 ਦਿੱਤਾ ਲੋਕਾਂ ਨੂੰ ਬਹੁਤ ਚੁੱਭਦਾ ਆ, ਤੇ ਜਿਹੜੇ ਉਹ ਮਿਲੀਅਨਸ ਆਫ ਡਾਲਰ ਜਿਹੜੇ ਉਹ ਬਚਾ ਜਾਂਦੇ ਆ। ਬਹੁਤ ਸਾਰੀਆਂ ਕਾਰਪੋਰੇਸ਼ਨਸ ਆ, ਉਹਨਾਂ ਨੇ ਟੈਕਸ ਕੱਟਸ ਦੇ ਵਿੱਚ ਬਚਾਇਆ, ਬਾਅਦ 'ਚ ਨੌਕਰੀਆਂ ਤੋਂ ਲੋਕਾਂ ਨੂੰ ਕੱਢ ਦਿੱਤਾ। ਆਪਣਾ ਕੰਮ ਜਿਹੜਾ ਕਈ ਫਿਰ ਵੀ ਓਵਰਸੀਜ਼ ਦੇ ਵਿੱਚ ਉਹ ਲੈ ਗਏ। ਉੱਥੇ ਜਿਹੜਾ ਆ ਕਿਸੇ ਦੀ ਅੱਖ ਜਿਹੜੀ ਉਦੋਂ ਨਹੀਂ ਫੜਕਦੀ, ਤੇ ਜਦੋਂ ਇੱਦਾਂ ਉਹਨਾਂ ਨੇ 100 ਬੰਦਿਆਂ ਨੂੰ $500 ਦੇ ਦਿੱਤਾ ਆ, ਤਾਂ ਉਸ ਨੂੰ ਲੈ ਕੇ ਫਿਰ ਕਾਫੀ ਲੋਕ ਜਿਹੜਾ ਉਹ ਸਵਾਲ ਚੱਕਦੇ ਆ ਵੀ ਇੱਦਾਂ ਕਿੱਦਾਂ ਤੁਸੀਂ ਪੈਸਾ ਲਟਾਈ ਜਾਂਦੇ, ਜਦ ਕਿ ਅਸਲ ਪੈਸਾ ਜਿਹੜਾ ਆ ਉਹ ਉਸ ਤਰੀਕੇ ਦੇ ਨਾਲ ਡਾਲਰ ਜਿਹੜਾ ਉਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਿਹੜਾ ਨਹੀਂ ਆ ਰਿਹਾ। ਜਿਹੜੀਆਂ ਵੱਡੀਆਂ ਕੰਪਨੀਆਂ ਦੇ ਵੱਡੇ ਜਿਹੜੇ ਧਨਾੜ ਲੋਕ ਆ ਟੈਕਸ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਗੁੰਝਲਦਾਰ ਚੀਜ਼ਾਂ ਨੂੰ ਜਿਹੜਾ ਉਹ ਵਰਤਦੇ ਹੋਏ ਬਚਾ ਲੈਂਦੇ ਆ। ਜੀ ਅਗਲੀ ਖਬਰ ਜਿਹੜੀ ਹੈ ਐਰੀਜ਼ੋਨਾ ਤੋਂ ਆ ਰਹੀ ਹੈ। ਐਰੀਜ਼ੋਨਾ ਦੇ ਕਾਉਂਟੀ ਅਸੈਸਰ ਨੂੰ ਚਾਰਜ ਕੀਤਾ ਗਿਆ ਆ ਫੈਲਨੀ, ਲਗਭਗ 29 ਦੇ ਕਰੀਬ ਫੈਲਨੀ ਦੇ ਉਹਦੇ ਤੇ ਥੈਫਟ, ਫੋਰਜਰੀ, ਕੌਨਸਪੀਰੇਸੀ, ਫਰੋਜੂਲੈਂਟ ਸਕੀਮ ਦੇ ਚਾਰਜਸ ਲਾਏ ਗਏ ਆ। ਕਹਿੰਦੇ ਭਈ ਉੱਥੇ ਦਾ ਜਿਹੜਾ ਕਾਉਂਟੀ ਅਸੈਸਰ ਦਾ ਆਫੀਸਰ ਆ, ਕਾਉਂਟੀ ਅਸੈਸਰ ਸੀ ਪੈਟਰਸਨ, ਉਹ ਪਿਛਲੇ ਕਈ ਸਾਲਾਂ ਤੋਂ ਮਾਰਸ਼ਲ ਆਈਲੈਂਡਸ ਤੋਂ ਜਿਹੜੀਆਂ ਲੇਡੀਜ਼ ਹੈਗੀਆਂ ਬੀਬੀਆਂ, ਉਹਨਾਂ ਨੂੰ ਇੱਥੇ ਵੀਜ਼ਾ ਦੇ ਕੇ ਲਵਾਉਂਦਾ ਸੀ, ਅਤੇ ਉੱਥੇ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਸੀ ਉਹ ਅਡੋਪਟ ਕਰਨ ਦੇ ਲਈ ਜਿਹੜੇ US ਦੇ ਪੇਰੈਂਟਸ ਆ ਉਹਨਾਂ ਨੂੰ ਉਹ ਪ੍ਰਬੰਧ ਕਰਦਾ ਸੀ, ਅਤੇ $40,000 ਪਰ ਬੱਚਾ ਉਹ ਚਾਰਜ ਕਰਦਾ ਸੀ। ਸੋ ਕਹਿੰਦੇ ਵੀ ਈਵਨ ਜਦੋਂ ਉਹ ਜਿਹੜੀ ਲੇਡੀਜ਼ ਇੱਥੇ ਆਉਂਦੀਆਂ ਸੀਆਂ, ਉਹਨਾਂ ਦੇ ਜਿਹੜੇ ਗਲਤ ਪੇਪਰ ਤਿਆਰ ਕਰਕੇ ਵੀ ਉਹ ਐਰੀਜ਼ੋਨਾ ਦੇ ਰੈਜ਼ੀਡੈਂਟ ਆ, ਅਤੇ ਉਹਨਾਂ ਦਾ ਮੈਡੀਕੇਡ ਸਿਸਟਮ ਲੈ ਕੇ ਵੀ ਫਰੀ ਜਿਹੜਾ ਉਹਨਾਂ ਦਾ ਚਾਈਲਡ ਬਰਥ ਹੋ ਜਾਏ, ਕਿਸੇ ਤਰ੍ਹਾਂ ਦਾ ਖਰਚਾ ਨਾ ਹੋਏ, ਉਹ ਵੀ ਜਿਹੜਾ ਤਿਆਰ ਕਰਦਾ ਸੀ। ਸੋ ਹੁਣ ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਜੀ, ਅਤੇ ਇੱਥੇ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। PG&E ਦੇ ਨਾਲ ਸੰਬੰਧਿਤ ਕਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਬਿਜਲੀ ਆ ਉਹ ਗੁੱਲ ਹੋ ਸਕਦੀ ਆ, ਉਸ ਦੇ ਬਾਰੇ ਜਿਹੜਾ ਆਪਾਂ ਬ੍ਰੇਕ ਤੋਂ ਬਾਅਦ ਜਾਣਕਾਰੀ ਸਾਂਝੀ ਕਰਾਂਗੇ। ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ, ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ।
ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫਾਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ 699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਅਨਮੋਲ ਗਗਨ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜਾ PG&E ਦੇ ਦੁਆਰਾ ਜਿਹੜੀ ਬਿਜਲੀ ਆ ਉਹ ਅਤਿਆਤਨ ਤੌਰ ਦੇ ਉੱਤੇ ਬੰਦ ਕਰਨ ਦੇ ਕਰਕੇ ਜਿਹੜਾ ਇਸ ਟਾਈਮ ਪੂਰੀ ਹਫੜਾ ਦਫੜੀ ਪੂਰੇ ਕੈਲੀਫੋਰਨੀਆ ਦੇ ਵਿੱਚ ਹੀ ਜਿਹੜੀ ਉਹ ਮਚੀ ਹੋਈ ਆ। ਤਕਰੀਬਨ 34 ਕਾਉਂਟੀਜ਼ ਦੇ ਵਿੱਚ ਜਿਹੜੇ PG&E ਨੇ ਕਿਹਾ ਆ ਵੀ ਉਹਨੂੰ ਬਿਜਲੀ ਜਿਹੜੀ ਅਤਿਆਤਨ ਤੌਰ ਦੇ ਉੱਤੇ ਜਿਹੜੀ ਉਹ ਬੰਦ ਕਰ ਰਹੇ ਆ ਵੀ ਕਿਉਂਕਿ ਕਾਫੀ ਤੇਜ਼ ਹਵਾਵਾਂ ਚੱਲਣੀਆਂ ਜਿਸ ਦੇ ਕਰਕੇ ਫਿਰ ਅੱਗ ਲੱਗਣ ਦਾ ਖਤਰਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਸੋ ਉਹਨਾਂ ਨੇ ਟਰਾਂਸਮਿਸ਼ਨ ਲਾਈਨਸ ਜਿਹੜੀਆਂ ਉਹ ਪਿੱਛੋਂ ਸ਼ਟ ਡਾਊਨ ਜਿਹੜੀਆਂ ਉਹ ਕਰਨਗੇ ਜਾਂ ਡਾਇਵਰਟ ਜਿਹੜੀਆਂ ਉੱਥੋਂ ਕੀਤੀ ਜਾਊਗੀ ਬਿਜਲੀ ਇੱਕ ਥਾਂ ਤੋਂ ਕਈ ਥਾਵਾਂ ਦੇ ਉੱਤੇ। ਵੱਖ-ਵੱਖ ਜਿਹੜੇ ਮੈਪਸ ਆ ਹਰਜੋਤ ਸਿੰਘ ਜੀ ਉਹਨਾਂ ਨੇ ਜਾਰੀ ਕੀਤੇ ਆ ਵੀ ਆਹ ਇਲਾਕਾ ਜਿਹੜਾ ਇਸ ਦੇ ਵਿੱਚ ਆ ਸਕਦਾ ਆ।
ਆਲਰੇਡੀ ਜਿਹੜੇ ਹਰਜੋਤ ਸਿੰਘ ਜੀ ਕਈ ਇਲਾਕੇ ਖਾਸ ਕਰਕੇ ਆਪਣੇ ਨਦਰਨ ਵਾਲੇ ਪਾਸੇ ਉਹਨਾਂ ਕਈ ਇਲਾਕਿਆਂ ਦੀਆਂ ਕਾਉਂਟੀਜ਼ ਦੇ ਵਿੱਚ ਆਲਰੇਡੀ ਜਿਹੜੀ ਬਿਜਲੀ ਆ ਉਹ ਕਈ ਥਾਵਾਂ ਦੇ ਉੱਤੇ ਗੁੱਲ ਵੀ ਹੋਈ ਆ। PG&E ਦੇ ਕਹਿਣ ਦੇ ਮੁਤਾਬਕ ਤਕਰੀਬਨ 8,800,000 ਜਿਹੜੇ ਕਸਟਮਰਸ ਆ ਉਹਨਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਪਊਗਾ। ਸੋ ਇਹ ਚੀਜ਼ ਧਿਆਨ ਰੱਖਣ ਵਾਲੀ ਆ। 800,000 ਕਸਟਮਰ ਮੀਨਿੰਗਸ ਮਲਟੀ ਮਿਲੀਅਨ ਜਿਹੜੇ ਕੰਜ਼ਿਊਮਰਸ ਜਿਹੜੇ ਹੋਣਗੇ, ਜਿਹੜੇ ਲੋਕ ਆ ਉਹ ਹੋਣਗੇ, ਕਿਉਂਕਿ ਇੱਕ ਕਸਟਮਰ ਮੰਨ ਲਓ ਇੱਕ ਪਰਿਵਾਰ ਦੇ ਵਿੱਚ ਕਿਸੇ ਦੇ ਵਿੱਚ 2 ਜੀ ਆ, ਕਿਸੇ ਦੇ 4 ਜੀ ਆ ਤੇ ਕਿਸੇ ਦੇ ਵੱਧ ਵੀ ਜਿਹੜੇ ਉਹਨਾਂ ਦੇ ਵਿੱਚ ਜੀ ਹੁੰਦੇ ਆ। ਸੋ ਕਾਫੀ ਲੋਕਾਂ ਦਾ ਮਿਲੀਅਨਸ ਆਫ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਆ ਉਹ ਪੈਣਾ ਆ। ਆਪਣੇ ਈਸਟ ਬੇ ਵਾਲੇ ਪਾਸੇ ਕਹਿੰਦੇ ਤਕਰੀਬਨ ਨੂਨ ਦੁਪਹਿਰੋਂ ਬਾਅਦ ਜਾਂ 12 ਕੁ ਵਜੇ ਤੇ ਤਕਰੀਬਨ ਜਿਹੜੀ ਆ ਜਿੱਥੇ ਪੰਜਾਬੀ ਰੇਡੀਓ USA ਦਾ ਸਟੂਡੀਓ ਆ ਇਸ ਵਾਲੇ ਇਲਾਕੇ ਦੇ ਵਿੱਚ ਜਿਹੜੀ ਉੱਥੇ ਬਿਜਲੀ ਆ ਅਤੇ ਯਤਨ ਤੌਰ ਦੇ ਉੱਤੇ ਉਹ ਬੰਦ ਕਰ ਸਕਦੇ ਆ। ਸੋ ਹਿਲੀ ਇਲਾਕਿਆਂ ਦੇ ਵਿੱਚ ਜਿੱਥੇ ਘਾਹ ਆ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਸੁੱਕਾ ਘਾਹ ਆ ਉੱਥੇ ਉਹਨਾਂ ਨੇ ਜਿਹੜੀ ਬਿਜਲੀ ਆ ਉਹ ਬੰਦ ਕਰਨੀ ਆ। ਇਹ ਪਹਿਲੀ ਵਾਰੀ ਜਿਹੜਾ ਆ PG&E ਦੇ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਹੋ ਰਿਹਾ ਆ ਵੀ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀ ਬਿਜਲੀ ਆ ਉਹ ਬੰਦ ਕੀਤੀ ਜਾ ਰਹੀ ਹੋਵੇ, ਜਿਸ ਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਘਬਰਾਹਟ ਵੀ ਆ, ਹਫੜਾ ਦਫੜੀ ਵੀ ਆ। ਤੁਸੀਂ ਸਟੋਰਾਂ ਦੇ ਉੱਤੇ ਜਾਓ, ਜਨਰੇਟਰ ਸਾਰੇ ਜਿਹੜੇ ਉਹ ਵਿਕ ਚੁੱਕੇ ਹੋਏ ਆ। ਏਰੀਆ 'ਚ ਕਿਤੇ ਵੀ ਰਾਜਕਨਵੀਰ ਸਿੰਘ ਜੀ ਜਨਰੇਟਰ ਜਿਹੜੇ ਉਹ ਮਿਲ ਨਹੀਂ ਰਹੇ, ਸਾਰੇ ਸਟੋਰਾਂ ਤੇ ਖਤਮ ਹੋਏ ਆ। ਇੰਨੀ ਪੋਜੀਸ਼ਨ ਮਾੜੀ ਆ ਵੀ ਦੂਰ ਵੀ ਘੰਟੇ 2-2 ਘੰਟੇ ਦੂਰ ਜਿਹੜੇ ਸ਼ਹਿਰ ਆ ਉੱਥੋਂ ਵੀ ਨਹੀਂ ਮਿਲ ਰਹੇ ਹੈਗੇ। ਤੇ ਲੋਕ ਜਿਹੜੇ ਆ ਗੈਸ ਸਟੇਸ਼ਨਾਂ ਤੇ ਲਾਈਨਾਂ ਲੱਗੀਆਂ ਪਈਆਂ ਹੈਗੀਆਂ ਗੈਸ ਬੰਦ ਹੋ ਜਾਣੇ ਜੀ, ਕਿਉਂਕਿ ਬਿਜਲੀ ਨਹੀਂ ਹੋਈ ਤੇ ਉਹ ਚੱਲਣੇ ਨਹੀਂ ਹੈਗੇ। ਤੇ ਜਿਹੜੇ ਸਟੋਰਾਂ ਦੇ ਵਿੱਚੋਂ ਆਈਸ ਦੇ ਬੈਗ ਲੋਕ ਜਿੱਦਾਂ ਚੱਕੇ ਲਿਜਾਂਦੇ, ਜਿੱਦਾਂ ਮੈਂ ਦੇਖਦਾ ਹੁੰਦਾ ਕਈ ਵਾਰ ਫਲੱਡ ਆਏ ਤੇ ਰੇਤੇ ਦੇ ਬੈਗ ਚੱਕੇ ਹੁੰਦੇ ਨਾ, ਇੱਦਾਂ ਆਈਸ ਦੇ ਚੱਕੀ ਲਿਜਾਂਦੇ ਆ, ਕਿਉਂਕਿ ਜੇ ਬੰਦ ਹੋ ਗਈ ਤੇ ਤੁਹਾਡੀਆਂ ਫਰਿੱਜਾਂ ਸਾਰਾ ਕੁਝ ਫਿਰ ਬੰਦ ਹੋਣਾ। ਡਰ ਜਿਹੜਾ ਇੰਨਾ ਆ ਕਿਉਂਕਿ ਇਹਨਾਂ ਨੇ ਕਿਹਾ ਵੀ 5 ਦਿਨ ਤੱਕ ਬਿਜਲੀ ਬੰਦ ਰਹਿ ਸਕਦੀ ਹੈ, ਇਸ ਕਰਕੇ ਲੋਕ ਬਹੁਤ ਜ਼ਿਆਦਾ ਜਿਹੜੇ ਘਬਰਾਏ ਆ। ਹੁਣ ਇਹ ਪੱਕਾ ਨਹੀਂ ਹੈ, ਜ਼ਰੂਰੀ ਨਹੀਂ ਆ ਵੀ 5 ਦਿਨ ਤੱਕ ਬੰਦ ਰਹੂਗੀ। ਉਹਨਾਂ ਨੇ ਕਿਹਾ ਆ ਤਾਂ ਜੋ ਆਪਣੇ ਆਪ ਨੂੰ ਜਿਹੜਾ ਬਾਅਦ 'ਚ ਬੇਸਿਕਲੀ ਸੇਫ ਰੱਖ ਰਹੇ ਵੀ ਅਸੀਂ ਤਾਂ ਲੋਕਾਂ ਨੂੰ ਪਹਿਲਾਂ ਹੀ ਜਿਹੜਾ ਉਹ ਦੱਸ ਦਿੱਤਾ ਸੀਗਾ। ਕੱਲ੍ਹ ਜਿਹੜੇ ਰਿਸਕ ਮੈਨੇਜਮੈਂਟ ਦੇ ਜਿਹੜੇ ਮੇਨ ਹੈਗੇ ਆ ਉਹਨਾਂ ਦੇ PG&E ਦੇ ਸੁਮੀਤ ਸਿੰਘ ਕੱਲ੍ਹ ਉਹਨਾਂ ਨੇ ਉੱਥੇ ਗੱਲਬਾਤ ਪੱਤਰਕਾਰਾਂ ਦੇ ਨਾਲ ਜਿਹੜੇ ਉਹ ਕਰ ਰਹੇ ਸੀਗੇ। ਸੋ ਦਸਤਾਰਧਾਰੀ ਜਿਹੜੇ ਉੱਥੇ ਆਪਣਾ ਮੁੰਡਾ ਸੁਮੀਤ ਸਿੰਘ ਜਿਹੜਾ ਉਹ ਕੰਮ ਜਿਹੜਾ ਉਹ ਉੱਥੇ ਕਰਦਾ ਆ, ਸੋ ਉਹ ਗੱਲਬਾਤ ਕਰ ਰਹੇ ਸੀਗੇ। ਸੋ ਕਿਉਂਕਿ ਜਦੋਂ ਲਾਈਟ ਜਾਂਦੀ ਆ ਹਰਜੋਤ ਸਿੰਘ ਜੀ, ਇਲੈਕਟ੍ਰਿਸਿਟੀ ਜਦੋਂ ਚਲੇ ਜਾਂਦੀ ਆ ਤੁਹਾਡੀ ਟ੍ਰੈਫਿਕ ਲਾਈਟਸ ਨਹੀਂ ਚੱਲਦੀਆਂ, ਉਦੋਂ ਸਟਾਪ ਐਂਡ ਗੋ ਹੁੰਦਾ ਆ। ਉਹ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ, ਉਸ ਦਾ ਧਿਆਨ ਰੱਖੋ। ਜਨਰੇਟਰ ਕਹਿੰਦੇ ਜਿਨ੍ਹਾਂ ਨੇ ਚਲਾਉਣੇ ਆ ਉਹ ਮੇਕ ਸ਼ੋਰ ਕਰੋ ਵੀ ਘਰ ਦੇ ਬਾਹਰ ਜਾਂ ਆਪਣੇ ਜਿੱਥੇ ਕੰਪਨੀਆਂ ਵਾਲੇ ਵੀ ਆ ਉਹ ਵੀ ਬਾਹਰ ਜਿਹੜੇ ਉਹ ਚਲਾਓ, ਉਸ ਹਿਸਾਬ ਦੇ ਨਾਲ ਜਿਹੜਾ ਉਹ ਰੱਖੋ। ਸੋ ਬਹੁਤ ਜ਼ਿਆਦਾ ਇਹਤਿਆਤ ਰੱਖਣ ਦੀ ਜ਼ਰੂਰਤ ਆ। ਪਾਣੀ ਜਿਹੜੀਆਂ ਨਾਨ ਪੈਰਿਸ਼ੇਬਲ ਫੂਡ ਜਿਹੜਾ ਹੁੰਦਾ ਆ ਉਹ ਉਹਨਾਂ ਦਾ ਕਹਿੰਦਾ ਤੁਹਾਡੇ ਕੋਲ ਜਿਹੜਾ ਉਹ ਪਿਆ ਹੋਣਾ ਚਾਹੀਦਾ। ਹੁਣ ਤਾਂ ਚਲੋ ਪਤਾ ਨਹੀਂ ਤੁਹਾਨੂੰ ਸਟੋਰਾਂ ਤੋਂ ਮਿਲੂਗਾ ਨਹੀਂ ਮਿਲੂਗਾ, ਕਈ ਥਾਵਾਂ 'ਤੇ ਮੁੱਕ ਗਿਆ ਹੋਊਗਾ, ਪਰ ਬਹੁਤਾ ਜ਼ਿਆਦਾ ਘਬਰਾਉਣ ਦੀ ਇਸ ਤਰੀਕੇ ਦੇ ਨਾਲ ਜ਼ਰੂਰਤ ਨਹੀਂ। ਜਿਹੜੇ ਤਾਂ ਪੰਜਾਬ ਤੋਂ ਆਏ ਉਹਨਾਂ ਨੂੰ ਤਾਂ ਪਤਾ ਬਿਜਲੀ ਗੁੱਲ ਜਦੋਂ ਹੁੰਦੀ ਹੈ, ਸੋ ਦੈਟਸ ਓਕੇ ਵੀ ਸਾਹ ਤਾਂ ਜਿਹੜੇ ਚੱਲਦੇ ਰਹਿੰਦੇ ਆ, ਸੋ ਐਡੀ ਕੋਈ ਗੱਲ ਨਹੀਂ ਆ। ਪਰ ਇਹ ਆ ਵੀ ਇੱਥੇ ਹਰ ਇੱਕ ਚੀਜ਼ ਉਥਲ ਪੁਥਲ ਜਿਹੜੀ ਉਹ ਚੱਲਦੀ ਆ। ਮਾਈਕਰੋ ਇਹ ਬੰਦਾ ਕਈ ਸੋਚਦਾ ਹੋਊਗਾ ਵੀ ਚੱਲ ਮਾਈਕ੍ਰੋਵੇਵ ਚਲਾ ਲਾਂਗੇ, ਨਹੀਂ ਭਾਈ ਮਾਈਕ੍ਰੋਵੇਵ ਵੀ ਤੁਹਾਡਾ ਜਿਹੜਾ ਉਹ ਬਿਜਲੀ ਦੇ ਨਾਲ ਨਹੀਂ ਚੱਲਣਾ ਆ। ਕਈਆਂ ਦੇ ਘਰਾਂ ਦੇ ਵਿੱਚ ਸਟੋਵ ਹੁੰਦੇ ਆ ਗੈਸ ਦੇ ਨਾਲ ਚੱਲਦੇ ਆ, ਪਰ ਜਦੋਂ ਬਿਜਲੀ ਗੁੱਲ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਗੈਸ ਫਿਰ ਫਲੋ ਨਹੀਂ ਹੁੰਦੀ। ਸੋ ਉਹ ਵੀ ਜਿਹੜਾ ਧਿਆਨ ਜਿਹੜੇ ਲੋਕਾਂ ਨੂੰ ਰੱਖਣਾ ਚਾਹੀਦਾ ਆ। ਮੇਕ ਸ਼ੋਰ ਕਰ ਲਓ ਵੀ ਕਈ ਜਿਹੜੇ ਇੱਦਾਂ ਦੇ ਸਟੋਵ ਹੁੰਦੇ ਆ ਵੀ ਚਾਹੇ ਬਿਜਲੀ ਹੋਵੇ ਨਾ ਹੋਵੇ ਤੇ ਪਾਇਲਟ ਲਾਈਟ ਹੀ ਜਿਹੜੇ ਜ਼ਿਆਦਾਤਰ ਬਿਜਲੀ ਨਾਲ ਚੱਲਦੀ, ਪਰ ਉਹਦੀ ਥਾਂ 'ਤੇ ਤੁਸੀਂ ਮੋਮਬੱਤੀ ਦੇ ਨਾਲ ਜਾਂ ਤੀਲੀ ਦੇ ਨਾਲ ਜਿਹੜਾ ਉੱਥੇ ਤੁਸੀਂ ਚਲਾ ਸਕਦੇ ਆ। ਪਰ ਮੇਕ ਸ਼ੋਰ ਕਰ ਲਓ ਵੀ ਤੁਹਾਡੇ ਜਿਹੜੇ ਸਟੋਵ ਆ ਉਹ ਉਸ ਤਰੀਕੇ ਦੇ ਨਾਲ ਉੱਦਾਂ ਦੇ ਹੋਣ ਵੀ ਜੇ ਬਿਜਲੀ ਤੋਂ ਬਗੈਰ ਵੀ ਜਿਹੜੇ ਚੱਲਦੇ ਆ ਜਾਂ ਨਹੀਂ ਚੱਲਦੇ। ਸੋ ਫਰਿੱਜ ਨੂੰ ਕਹਿੰਦੇ ਘੱਟ ਤੋਂ ਘੱਟ ਖੋਲ੍ਹਿਓ ਜਿਹੜਾ ਸਮਾਨ ਵਿੱਚ ਪਿਆ ਆ, ਤਾਂ ਜੋ ਥੋੜ੍ਹਾ ਉਹ ਠੰਡਾ ਜਿਹੜਾ ਉਹ ਰਵੇ। ਫਰੀਜ਼ਰ ਕਹਿੰਦੇ 40-48 ਘੰਟੇ ਜਿਹੜਾ ਉਹ ਕੱਢ ਜਾਂਦਾ ਹੈ ਜੇ ਉਸ ਦੇ ਵਿੱਚ ਜਿੱਦਾਂ ਦਾ ਵੀ ਸਮਾਨ ਜਿਹੜਾ ਉਹ ਪਿਆ ਆ, ਜੇ ਬਿਜਲੀ ਉਹਨੇ ਚਿਰ ਦੇ ਵਿੱਚ ਜਿਹੜੀ ਉਹ ਆਊਗੀ। ਸੋ ਇਹਨਾਂ ਨੇ 48 ਤੋਂ 72 ਘੰਟੇ ਜਿਹੜਾ ਹੁਣ ਆਖਿਆ ਆ PG&E ਨੇ ਵੀ ਇੰਨਾ ਚਿਰ ਜਿਹੜੀ ਬਿਜਲੀ ਆ ਉਹ ਗੁੱਲ ਰਹਿ ਸਕਦੀ ਆ। ਸੋ ਪੂਰੇ ਥਾਵਾਂ ਦੇ ਉੱਤੇ ਬਹੁਤ ਸਾਰੇ ਹਾਰਡਵੇਅਰ ਸਟੋਰਾਂ ਦੇ ਉੱਤੇ ਸਮਾਨ ਜਿਹੜਾ ਉਹ ਮੁੱਕ ਚੁੱਕਾ ਹੋਇਆ ਆ। ਜਿੱਦਾਂ ਸੇਫਵੇ ਹੋ ਗਏ, ਵਾਲਮਾਰਟ ਹੋ ਗਏ, ਉਹਨਾਂ ਦੇ ਵਿੱਚ ਲਾਈਨਾਂ ਜਿਹੜੀਆਂ ਕਹਿੰਦੇ ਆ ਕੱਲ੍ਹ ਲੱਗੀਆਂ ਰਹੀਆਂ, ਵੱਡੇ ਤੇ ਛੋਟੇ ਸਾਰੇ ਜਿਹੜੇ ਉਹ ਸਟੋਰਾਂ ਦੇ ਵਿੱਚ, ਤਾਂ ਜੋ ਜਿਹੜੇ ਲੋਕ ਆਪਣੇ ਜਿਹੜਾ ਫੂਡ ਆ ਉਹ ਲੈ ਸਕਣ। ਜੀ, ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਪਿਛਲੇ ਸਾਲ ਜਿਹੜਾ ਆ ਪੈਰਾਡਾਈਜ਼ ਟਾਊਨ ਦੇ ਵਿੱਚ ਕੈਂਪ ਫਾਇਰ ਜਿਹੜੀ ਅੱਗ ਲੱਗੀ ਸੀ, ਜਿਹਦੇ ਨਾਲ 85 ਲੋਕਾਂ ਦੀ ਮੌਤ ਹੋ ਗਈ ਸੀ
ਤੇ ਪੂਰੇ ਦਾ ਪੂਰਾ ਸ਼ਹਿਰ ਸੜ ਕੇ ਤਬਾਹ ਹੋ ਗਿਆ ਸੀ। ਉਸ ਤੋਂ ਪਹਿਲਾਂ 2017 ਦੇ ਵਿੱਚ ਵਾਈਨ ਕਾਉਂਟਰੀ ਦੀਆਂ ਜਿਹੜੀਆਂ ਬਲੇਜ਼ ਲੱਗੀਆਂ ਸੀ ਨਾਪਾ ਵੈਲੀ 'ਚ ਜੀ, ਸੋ ਸਨੋਮਾ ਕਾਉਂਟੀ ਜਿਹੜੀ ਹੈਗੀ ਆ ਉੱਥੇ ਆਲਰੇਡੀ ਅੱਜ ਸਵੇਰੇ ਬਿਜਲੀ ਚਲੀ ਗਈ ਹੈਗੀ ਆ, ਪੂਰਾ ਹਨੇਰਾ ਹੋਇਆ ਹੈ ਉੱਥੇ। ਤੇ ਬਾਕੀ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਨੇ ਦੱਸਿਆ ਆ ਵੀ ਜਿਹੜੀਆਂ ਹੋਰ ਕਾਉਂਟੀਜ਼ ਹੈਗੀਆਂ ਆਲਾਮੀਡਾ, ਸੈਂਟਾ ਕਲਾਰਾ, ਐਲਪਾਈਨ, ਕੋਂਟਰਾ ਕੋਸਟਾ, ਮੈਰੀਪੋਸਾ, ਸਨ ਮੈਕੀਨ, ਸੈਨ ਮਟੇਓ, ਇਹਨਾਂ ਦੇ ਵਿੱਚ ਅੱਜ ਦੁਪਹਿਰ ਨੂੰ 12 ਵਜੇ ਜਾ ਸਕਦੀ ਆ। 2,34,000 ਕਸਟਮਰਸ ਉਹਨਾਂ ਨੇ ਕਿਹਾ ਹੈਗਾ ਆ, ਤੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਜੀ ਬਿਲਕੁਲ। ਕਈ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੇ ਵੈਦਰ ਫੋਰਕਾਸਟ ਦੇ ਹਿਸਾਬ ਦੇ ਨਾਲ ਵੀਰਵਾਰ ਦੇ ਮਿਡ ਡੇ ਤੱਕ ਕਹਿੰਦੇ ਵੀ 60 ਤੋਂ 70 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਉੱਚੀ ਐਲੀਵੇਸ਼ਨ ਦੇ ਉਚਾਈ ਵਾਲੀਆਂ ਜਿਹੜੀਆਂ ਪਹਾੜੀਆਂ ਜਿੱਦਾਂ ਜਿਹੜੀਆਂ ਤੁਸੀਂ ਕਾਉਂਟੀਜ਼ ਦਾ ਜ਼ਿਕਰ ਕੀਤਾ, ਕੈਲਿਸਟੋਗਾ ਹੈਗਾ ਆ, ਨਾਪਾ ਵੈਲੀ, ਸਨੋਮਾ, ਲੇਕ ਕਾਉਂਟੀ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਅੱਗ ਵੀ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਜਿਹੜੀ ਉਹ ਲੱਗਦੀ ਰਹੀ ਆ। ਸੋ ਉਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਜਿਹੜੀ ਬਿਜਲੀ ਦੀ ਮਾਰ ਜਿਹੜੀ ਉਹ ਰਹੇਗੀ। ਸੋ ਸਾਰੇ ਜਾਣੇ ਜਿਹੜੇ ਆ ਉਹ ਧਿਆਨ ਜਿਹੜੇ ਇਸ ਚੀਜ਼ ਦੇ ਨਾਲ ਰੱਖਣ। ਇੱਕ ਚੀਜ਼ ਹੋਰ ਜਿਹੜੀ ਸਲਾਹ ਜਿਹੜੀ ਇਹ ਦਿੰਦੇ ਆ, ਕਹਿੰਦੇ ਵੀ ਜਦੋਂ ਬਿਜਲੀ ਗਈ ਤੋਂ ਬਾਅਦ ਮੁੜ ਕੇ ਆਉਂਦੀ ਕਈ ਦੀ ਸਰਜ ਹੁੰਦੀ ਆ, ਜ਼ਿਆਦਾ ਵੱਧ ਘੱਟ ਵੋਲਟੇਜ ਜਿਹੜੀ ਉਹ ਆਉਂਦੀ, ਉਹਦੇ ਕਰਕੇ ਕਈ ਤੁਹਾਡੇ ਅਪਲਾਇੰਸ ਜਿਹੜੇ ਉਹ ਖਰਾਬ ਹੋ ਸਕਦੇ ਆ। ਸੋ ਉਹਨਾਂ ਨੂੰ ਆਪਣੇ ਜਿਹੜੇ ਵਾਲ ਆਊਟਲੈਟਸ ਆ ਜਦੋਂ ਬਿਜਲੀ ਗਈ ਹੋਵੇ, ਜਿੱਦਾਂ ਵੱਡੀਆਂ ਚੀਜ਼ਾਂ ਆ, TV ਹੋ ਗਏ, ਰੈਫਰੀਜਰੇਟਰ ਹੋ ਗਏ, ਇੱਦਾਂ ਦੀਆਂ ਜਿਹੜੀਆਂ ਮਾਈਕ੍ਰੋਵੇਵ ਹੋ ਗਏ, ਇੱਦਾਂ ਦੀਆਂ ਚੀਜ਼ਾਂ ਆ, ਉਹਨਾਂ ਨੂੰ ਪਿੱਛੋਂ ਵਾਲ ਦੇ ਵਿੱਚੋਂ ਪਲੱਗ ਜਿਹੜਾ ਕੱਢ ਦਿਓ, ਜਾਂ ਆਪਣੇ ਜਿਹੜੇ ਸਰਕਟ ਬ੍ਰੇਕਰ ਹੁੰਦੇ ਉਹਨਾਂ ਨੂੰ ਜਿਹੜਾ ਉਹ ਤੁਸੀਂ ਡਾਊਨ ਕਰਕੇ ਰੱਖ ਸਕਦੇ ਹੋ। ਇੱਕ ਅੱਧਾ ਜਿਹੜਾ ਬਲਬ ਜਿਹੜਾ ਵੱਖਰਾ ਜਿਹਾ ਹੈਗਾ ਉਸ ਨੂੰ ਜਿਹੜਾ ਔਨ ਕਰਕੇ ਰੱਖ ਲਓ, ਤਾਂ ਜੋ ਪਤਾ ਲੱਗ ਜੇ ਵੀ ਬਿਜਲੀ ਜਿਹੜੀ ਆ ਗਈ ਆ ਜਾਂ ਨਹੀਂ ਆ ਗਈ। ਸੋ ਇਸ ਹਿਸਾਬ ਦੇ ਨਾਲ ਜਿਹੜਾ ਉਹ ਧਿਆਨ ਰੱਖੋ। ਬੂਟਰੀਆਂ ਆਪਣੀਆਂ ਚਾਰਜ ਕਰਕੇ ਰੱਖੋ ਫੋਨ ਦੀਆਂ। ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਜਿਨ੍ਹਾਂ ਥਾਵਾਂ ਦੇ ਉੱਤੇ ਟਾਵਰਸ ਲੱਗੇ ਆ ਉਹ ਵੀ ਜਿਹੜੇ ਨਾ ਹੋਣ, ਕਿਉਂਕਿ ਅਮਰੀਕਾ ਦੇ ਵਿੱਚ ਬਿਜਲੀ ਹਮੇਸ਼ਾ ਹੀ ਰਹਿੰਦੀ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਨਰੇਟਰਸ ਇਹਨਾਂ ਟਾਵਰਸ ਦੇ ਉੱਤੇ ਹੁੰਦੇ ਨਹੀਂ ਆ। ਹੋ ਸਕਦਾ ਤੁਹਾਡਾ ਫੋਨ ਸਿਸਟਮ ਵੀ ਜਿਹੜਾ ਉਹ ਠੱਪ ਜਿਹੜਾ ਹੋ ਜਾਵੇ। ਸੋ ਜਿਹੜੇ ਕੈਲੀਫੋਰਨੀਆ ਦੇ ਵਿੱਚ ਆਪਣੇ ਬੇ ਏਰੀਆ ਵਾਲੇ ਇਲਾਕੇ ਦੇ ਵਿੱਚ ਕਹਿੰਦੇ 12 ਕੁ ਵਜੇ ਤੱਕ ਦੁਪਹਿਰੋਂ ਬਾਅਦ ਜਿਹੜੀ ਆ ਉਦੋਂ ਬਿਜਲੀ ਜਿਹੜੀ ਗੁੱਲ ਕਰ ਸਕਦੇ ਨੇ, ਵੈਦਰ ਨੂੰ ਜਿਹੜਾ ਉਹ ਦੇਖਦੇ ਹੋਏ ਅਹਤਿਆਤਨ ਜਿਹੜਾ ਉਹ ਤੌਰ ਦੇ ਉੱਤੇ, ਤਾਂ ਜੋ ਕਿਤੇ ਅੱਗਾਂ ਜਿਹੜੀਆਂ ਉਹ ਨਾ ਲੱਗਣ। ਅਨਪ੍ਰੈਸੀਡੈਂਟਡ ਜਿਹੜੀ ਇਹ ਚੀਜ਼ ਆ ਉਹ ਦੇਖੀ ਗਈ ਆ। ਇਸ ਤਰੀਕੇ ਦੇ ਪੱਧਰ ਦੇ ਉੱਤੇ ਬਿਜਲੀ ਜਿਹੜੀ ਆ ਕਦੀ ਵੀ ਆਪ ਜਾਣ ਬੁੱਝ ਕੇ ਇੱਕ ਯੂਟਿਲਿਟੀ ਸਰਵਿਸ ਦੇ ਦੁਆਰਾ ਜਿਹੜੀ ਉਹ ਬੰਦ ਨਹੀਂ ਸੀ ਕੀਤੀ ਗਈ। ਲੋਕ ਬਹੁਤ ਜ਼ਿਆਦਾ ਗਾਲਾਂ ਕੱਢ ਰਹੇ ਸੀਗੇ PG&E ਨੂੰ। PG&E ਦੀ ਜਿਹੜੀ ਵੈਬਸਾਈਟ ਆ PG ਜਿਹੜੀ ਆ ਉਹ ਕੱਲ੍ਹ ਦੀ ਜਿਹੜੀ ਉਹ ਠੱਪ ਹੋਈ ਪਈ ਆ, ਉਹ ਚੱਲ ਨਹੀਂ ਰਹੀ। ਇੰਨਾ ਜ਼ਿਆਦਾ ਜਿਹੜਾ ਉਸ ਦੇ ਉੱਤੇ ਲੋਡ ਲੋਕ ਇਨਫੋਰਮੇਸ਼ਨ ਲੈਣ ਦੇ ਲਈ ਦੇਖ ਰਹੇ ਆ। ਉਹ ਸਗੋਂ ਉਹ ਈਮੇਲਾਂ ਕਰ ਰਹੇ ਸੀਗੇ, ਭਾਈ ਆ ਜਿਹੜੀਆਂ ਨਿਊਜ਼ ਵਾਲੀਆਂ ਹੈਗੀਆਂ ਉਹਨਾਂ ਤੋਂ ਚੈੱਕ ਕਰ ਲਓ, ਉੱਥੇ ਉਹਨਾਂ ਨੇ ਜਿਹੜਾ ਉਹ ਲਿਖਿਆ ਹੋਇਆ ਵੀ ਕਿੱਥੇ ਬਿਜਲੀ ਜਿਹੜੀ ਉਹ ਜਾ ਸਕਦੀ ਆ। ਸੋ ਜੀ ਬਿਲਕੁਲ, ਦਿਨੇ ਤਾਂ ਚਲੋ ਸਰ ਜਾਂਦਾ ਬੰਦੇ ਦਾ, ਹਨੇਰੇ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਕੀ ਚੀਜ਼ਾਂ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ ਨੇ। ਕੁਝ ਕੁ ਜਿਹੜੀਆਂ ਸੇਫਟੀ ਟਿਪਸ ਜਿੱਦਾਂ ਤੁਸੀਂ ਦੱਸੀਆਂ ਵੀ ਆ, ਉਹ ਕਹਿੰਦੇ ਵੀ ਜਿਹੜੇ ਤੁਹਾਡਾ ਇਲੈਕਟ੍ਰੋਨਿਕਸ ਆ, ਕੋਈ ਵੀ ਸਮਾਨ ਜਾਂ ਪੋਰਟੇਬਲ ਬੈਟਰੀ ਹੈ, ਪੈਕਸ ਆ, ਉਹਨਾਂ ਨੂੰ ਚਾਰਜ ਕਰ ਲਓ, ਕਿਉਂਕਿ ਜੇ ਫੋਨ ਤੁਹਾਡੇ ਬੰਦ ਹੋਏ ਤੇ ਫੋਨ ਵੀ ਰਾਜਕਨਵੀਰ ਸਿੰਘ ਜੀ ਬੰਦ ਹੋ ਸਕਦੇ ਆ, ਕਿਉਂਕਿ ਕਈ ਜਿਹੜੇ ਸੈੱਲ ਟਾਵਰਸ ਹੈਗੇ ਆ ਉਹ ਚੱਲਦੇ ਤਾਂ ਫਿਰ ਵੀ ਬਿਜਲੀ ਨਾਲ ਹੀ ਆ ਨਾ, ਤੇ ਜੇ ਉੱਥੇ ਵੀ ਬੰਦ ਹੋ ਗਈ ਤੇ ਉਹ ਵੀ ਡਾਊਨ ਹੋ ਸਕਦੇ ਆ। ਤੇ ਐਮਰਜੈਂਸੀ ਨੰਬਰਸ ਜਿੰਨੇ ਵੀ ਤੁਹਾਡੇ ਹੈਗੇ ਆ ਉਹਨਾਂ ਦੀ ਲਿਸਟ ਬਣਾ ਕੇ ਰੱਖੋ। ਕੋਈ ਦੋਸਤ ਮਿੱਤਰ ਹੁੰਦਾ ਆ, ਕੋਈ ਰਿਸ਼ਤੇਦਾਰ ਹੈਗਾ ਆ ਤੁਹਾਡਾ, ਕਿਤੇ ਐਮਰਜੈਂਸੀ ਦੇ ਵਿੱਚ ਜੇ ਕੁਝ ਹੋ ਜਾਏ ਤੇ ਉਹਨੂੰ ਜਿਹੜਾ ਆ ਤੁਹਾਡੇ ਪੂਰੇ ਨੰਬਰ ਬਣਾ ਕੇ ਤੁਸੀਂ ਨੰਬਰ ਲਿਖ ਕੇ ਰੱਖੋ, ਇਨ ਕੇਸ ਤੁਹਾਨੂੰ ਕਿਤੇ ਕਾਲ ਕਰਨੀ ਪੈ ਜਾਏ। ਤੇ ਉਸ ਤੋਂ ਬਾਅਦ ਜਿੰਨੀਆਂ ਵੀ ਤੁਹਾਡੀਆਂ ਕਾਰਾਂ ਹੈਗੀਆਂ ਆ ਉਹ ਪੂਰੀ ਦੀਆਂ ਪੂਰੀਆਂ ਫੁੱਲ ਟੈਂਕ ਭਰ ਕੇ ਰੱਖੋ। ਤੇ ਜਿੰਨੇ ਵੀ ਤੁਹਾਡੇ ਅਪਲਾਇੰਸ ਆ, ਇਲੈਕਟ੍ਰੋਨਿਕ ਹੈਗੇ ਆ, ਉਹਨਾਂ ਨੂੰ ਅਨਪਲੱਗ ਕਰਕੇ ਰੱਖੋ। ਤੇ ਜਿਹੜੀਆਂ ਫਰੀਜ਼ ਵਾਟਰ ਬੋਟਲਸ ਹੈਗੀਆਂ ਆ, ਤੇ ਉਹ ਕਹਿੰਦੇ ਵੀ ਚਾਹੇ ਤੁਸੀਂ ਆਈਸ ਰੱਖੋ, ਉਹਨਾਂ ਨੂੰ ਆਈਸ ਦੇ ਵਿੱਚ ਰੱਖ ਲਓ, ਉਹ ਵੀ ਜਿਹੜੀਆਂ ਤੁਹਾਡੀਆਂ ਖਰਾਬ ਹੋ ਸਕਦੀਆਂ। ਐਮਰਜੈਂਸੀ ਕਿੱਟ ਜਿਹਦੇ ਵਿੱਚ ਫੂਡ, ਵਾਟਰ, ਫਲੈਸ਼ ਲਾਈਟ, ਰੇਡੀਓ ਜ਼ਰੂਰ ਰੱਖੋ ਕੋਲ, ਕਿਉਂਕਿ ਰੇਡੀਓ ਬੈਟਰੀ ਵਾਲਾ ਹੋਊਗਾ ਤੇ ਚੱਲਦਾ ਰਹੂਗਾ, ਕੋਈ ਨਾ ਕੋਈ ਸਟੇਸ਼ਨ ਔਨ ਹੋਊਗਾ, ਤੁਹਾਡੀ ਅਪਡੇਟ ਹੁੰਦੀ ਰਹਿੰਦੀ ਹੈਗੀ ਆ। ਫਰੈਸ਼ ਬੈਟਰੀਜ਼, ਫਸਟ ਏਡ ਸਪਲਾਈ ਤੇ ਕੈਸ਼ ਮਨੀ ਜ਼ਰੂਰ ਥੋੜ੍ਹਾ ਬਹੁਤਾ ਰੱਖੋ।
ਸਭ ਤੋਂ ਜ਼ਰੂਰੀ ਜਿਹੜਾ ਹੈਗਾ ਗਰਾਜ ਡੋਰ, ਉਹ ਜਿੱਦਾਂ ਆਪਾਂ ਵੀ ਕਈ ਵਾਰੀ ਗਰਾਜ ਡੋਰ ਹੀ ਖੋਲੀ ਦਾ ਆ, ਮੇਨ ਡੋਰ ਆਪਾਂ ਚਾਬੀ ਨਹੀਂ ਕਈ ਵਾਰ ਰੱਖਦੇ, ਉਹ ਤੁਸੀਂ ਜ਼ਰੂਰ ਰੱਖੋ, ਕਿਉਂਕਿ ਜੇ ਬਿਜਲੀ ਚਲ ਗਈ ਹੋਈ ਤੇ ਤੁਹਾਡਾ ਗਰਾਜ ਡੋਰ ਜਿਹੜਾ ਆ ਉਹ ਨਹੀਂ ਖੁੱਲਣਾ ਹੈਗਾ, ਫਿਰ ਤੁਹਾਨੂੰ ਕੀ ਦੇ ਨਾਲ ਹੀ ਜਿਹੜਾ ਖੋਲ੍ਹਣਾ ਪੈਣਾ ਆ। ਸੋ ਪਲੀਜ਼ ਇਹ ਮੇਕ ਸ਼ੋਰ ਕਰ ਲਓ ਕਿਤੇ ਇੱਦਾਂ ਨਾ ਹੋਵੇ ਫਿਰ ਤੁਹਾਨੂੰ ਕਾਰ ਦੇ ਵਿੱਚ ਜਿਹੜਾ ਬਾਹਰ ਸੌਣਾ ਪਵੇ। ਅਤੇ ਜਿਹੜੀਆਂ ਤੁਹਾਡੀਆਂ ਮੈਡੀਕੇਸ਼ਨਸ ਹੈਗੀਆਂ ਆ, ਜਿਹੜੀਆਂ ਰੈਫਰੀਜੀਰੇਸ਼ਨ ਮੰਗਦੀਆਂ ਹੈਗੀਆਂ, ਜਿਹੜੀਆਂ ਮੰਨ ਲਓ ਵੀ ਠੰਡੀ ਜਗ੍ਹਾ 'ਤੇ ਰੱਖਣੀਆਂ ਹੁੰਦੀਆਂ ਹੈਗੀਆਂ ਆ, ਅਤੇ ਜਾਂ ਜਿਹੜੀਆਂ ਕਈ ਮੈਡੀਕਲ ਡਿਵਾਈਸਿਸ ਆ ਉਹ ਪਾਵਰ ਰਿਕੁਆਇਰ ਕਰਦੀਆਂ, ਕਿਸੇ ਦਾ ਡਾਇਲਿਸਿਸ ਆ, ਕਿਸੇ ਦੇ ਆਕਸੀਜਨ ਲੱਗੀ ਆ ਜਾਂ ਕੁਛ, ਉਹਨਾਂ ਦੀਆਂ ਜਿਹੜੀਆਂ ਬੈਟਰੀਆਂ ਜਾਂ ਬੈਕਅਪ ਪਲਾਨ ਆ ਉਹ ਤੁਹਾਡਾ ਪੂਰਾ ਹੋਣਾ ਚਾਹੀਦਾ ਹੈਗਾ ਕੋਲ। ਜੀ ਬਿਲਕੁਲ, ਗੱਲ ਇਹ ਹੈ ਨਾ ਹਰਜੋਤ ਸਿੰਘ ਜੀ, ਜਦੋਂ ਇੱਦਾਂ ਹੁੰਦਾ ਹੈ ਉਦੋਂ ਹਫੜਾ ਦਫੜੀ ਮੱਚ ਜਾਂਦੀ, ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਵੇਂ ਕਰਨਾ। ਸੋ ਇਸੇ ਲਈ ਆਪਾਂ ਵੀ ਕਈ ਵਾਰੀ ਆਪਣੇ ਸਰੋਤਿਆਂ ਨੂੰ ਦੱਸਦੇ ਰਹਿੰਦੇ ਆ ਵੀ ਭਾਈ ਐਮਰਜੈਂਸੀ ਦੇ ਲਈ ਹਮੇਸ਼ਾ ਜਿਹੜਾ ਉਹ ਰੈਡੀ ਰਹਿਣਾ ਚਾਹੀਦਾ ਆ, ਚਾਹੇ ਅਰਥਕੁਏਕ ਹੋਵੇ, ਚਾਹੇ ਕੋਈ ਅੱਗ ਦਾ ਮਸਲਾ ਹੋਵੇ, ਜਾਂ ਹੁਣ ਜਿੱਦਾਂ ਬਿਜਲੀ ਗਈ ਵਾਲਾ ਜਿਹੜਾ ਮਸਲਾ ਜਾਂ ਇਵੈਕੂਏਸ਼ਨ ਜੇ ਕਿਤੇ ਕਰਨੀ ਪੈ ਜੇ, ਉਸ ਦੇ ਲਈ ਜਿਹੜਾ ਆ ਐਟਲੀਸਟ ਆਪਾਂ ਨੂੰ ਤਿਆਰ ਹੋਣਾ ਚਾਹੀਦਾ। ਸਾਰੀਆਂ ਚੀਜ਼ਾਂ ਤਾਂ ਚਲੋ ਹਰ ਇੱਕ ਨੂੰ ਪਤਾ ਵੀ ਬਹੁਤ ਘੱਟ ਲੋਕ ਆ ਜਿਹੜੇ ਹਰ ਇੱਕ ਚੀਜ਼ ਜਿਹੜੀ ਇਸ ਤਰੀਕੇ ਦੇ ਨਾਲ ਰੱਖਦੇ ਆ, ਪਰ ਐਟਲੀਸਟ ਕੁਛ ਚੀਜ਼ਾਂ ਜਿਹੜੀਆਂ ਤੁਹਾਨੂੰ ਹਮੇਸ਼ਾ ਤਿਆਰ ਰੱਖਣੀਆਂ ਚਾਹੀਦੀਆਂ। ਇਨਫੈਕਟ ਹਰਜੋਤ ਸਿੰਘ ਜੀ, ਅੱਜ ਐਲਮ ਰੌਕ ਜਿਹੜੀ ਪਾਰਕ ਆਪਣੇ ਬਿਲਕੁਲ ਇੱਥੇ ਸਾਹਮਣੇ ਹੀ ਆ, ਇਹ ਹਿਲਜ਼ ਦੇ ਵਿੱਚ ਤਕਰੀਬਨ ਤੜਕੇ ਜਿਹੜਾ 2-2:30 ਵਜੇ ਦੇ ਦਰਮਿਆਨ ਇੱਕ ਭੁਚਾਲ ਵੀ ਜਿਹੜਾ ਇੱਥੇ ਆਇਆ ਸੀ, 3 ਜਿਹੜੀ ਤੀਬਰਤਾ ਦਾ ਜਿਹੜਾ ਭੁਚਾਲ ਸੀਗਾ। ਸੁੱਤਿਆਂ ਪਿਆਂ ਨੂੰ ਤਾਂ ਆਪਾਂ ਨੂੰ ਨਹੀਂ ਪਤਾ ਲੱਗਾ, ਪਰ ਕਈਆਂ ਨੇ ਜਿਹੜਾ ਉਸ ਦੇ ਝਟਕੇ ਜਿਹੜੇ ਆ ਉਹ ਮਹਿਸੂਸ ਕੀਤੇ ਸੀਗੇ। ਸੋ ਦੇਖੋ ਵੀ ਤਰਾਸਦੀ ਜਿਹੜੀ ਇੱਦਾਂ ਵੀ ਆ ਸਕਦੀ, ਉਦੋਂ ਬਿਜਲੀ ਗੁੱਲ ਹੋਈ ਹੋਵੇ, ਇਨਫਰਾਸਟਰਕਚਰ ਪੂਰਾ ਡਾਊਨ ਹੋਇਆ ਹੋਵੇ, ਅਤੇ ਉੱਤੋਂ ਜੇ ਕੋਈ ਇੱਦਾਂ ਦਾ ਕਹਿ ਲਓ ਵੀ ਕੁਦਰਤੀ ਆਫਤ ਆ ਜਾਵੇ, ਫਿਰ ਜਿਹੜਾ ਉਹ ਕਿੱਦਾਂ ਹੋਣਾ ਆ। ਸੋ ਇਹ ਬਹੁਤ ਵੱਡਾ ਇੱਕ ਜਿਹੜਾ ਮਸਲਾ ਉਹ ਬਣ ਜਾਂਦਾ ਹੈ। ਸੋ ਇਸ ਚੀਜ਼ ਦੇ ਲਈ ਜਿਹੜਾ ਜ਼ਰੂਰ ਆ ਉਹ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਸੋ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੋਣਾ ਵੀ ਇਹ ਕਾਹਤੇ ਬੰਦ ਹੋਣ ਲੱਗੀ ਆ ਬਿਜਲੀ, ਕਾਹਤੇ ਉਹ ਸ਼ਟ ਡਾਊਨ ਕਰ ਰਹੇ ਆ। ਇੱਕ ਤਾਂ ਇਹ ਆ ਵੀ ਜਿਹੜੀਆਂ ਹਵਾਵਾਂ ਆ, ਵਿੰਡਸ ਬਹੁਤ ਤੇਜ਼ ਚੱਲ ਰਹੀਆਂ ਆ, ਅਤੇ ਜਿੰਨਾ ਵੀ ਜਿਹੜਾ ਵੈਜੀਟੇਸ਼ਨ, ਜਿੰਨਾ ਵੀ ਘਾਹ ਫੂਸ ਹੈਗਾ ਆ, ਆਪਾਂ ਦੇਖਿਆ ਪਹਾੜੀਆਂ 'ਤੇ ਵੀ ਆ, ਈਵਨ ਕਈ ਘਰਾਂ ਵਾਲੇ ਵੀ ਜਿਹੜੇ ਘਾਹ ਫੂਸ, ਜਿਹੜਾ ਘਾਹ ਉਹਨਾਂ ਦਾ ਫਰੰਟ ਯਾਰਡ ਆ ਉਹ ਸੁੱਕਾ ਹੀ ਰੱਖਦੇ ਆ। ਸੋ ਡਰਾਈ ਵੈਜੀਟੇਸ਼ਨ ਬਹੁਤ ਆ, ਜੇ ਕਿਤੇ ਰੱਬ ਨਾ ਕਰੇ ਅੱਗ ਲੱਗ ਜਾਏ ਤਾਂ ਉਹਦੇ ਨਾਲ ਜਿਹੜੀ ਆ ਅੱਗ ਬਹੁਤ ਵੱਧ ਸਕਦੀ ਆ, ਅਤੇ ਜਿਹੜੀ ਹਿਊਮਿਡਿਟੀ ਆ ਉਹ ਬੜੀ ਲੋ ਹੈਗੀ ਆ। ਸੋ ਇਹ 3 ਕਾਰਨਾਂ ਕਰਕੇ ਜਿਹੜੀ PG&E ਆ, ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਉਹਨਾਂ ਨੂੰ ਦੇਣਾ ਪਿਆ ਹੈਗਾ, ਜਿਹੜੀਆਂ ਅੱਗਾਂ ਲੱਗੀਆਂ ਸੀਆਂ। ਸੋ ਉਹ ਜਿਹੜਾ ਆ ਉਸ ਨੂੰ ਰੋਕਣ ਦੇ ਲਈ ਇਹ ਜਿਹੜਾ ਆ ਸਾਰਾ ਕੁਛ ਬੰਦ ਕਰਨ ਜਾ ਰਹੇ ਆ। ਇੱਕ ਹੋਰ ਜ਼ਰੂਰ ਬੇਨਤੀ ਆ ਵੀ ਜੇ ਬਿਜਲੀ ਤੁਹਾਡੇ ਏਰੀਏ 'ਚ ਚਲੀ ਗਈ ਆ ਅਤੇ ਟਰਾਈ ਕਰੋ ਘਰੇ ਹੀ ਰਹੋ, ਬਾਹਰ ਨਾ ਬਾਹਲਾ ਜਾਓ, ਕਿਉਂਕਿ ਕੀ ਹੋਣਾ ਆ, ਜਿੰਨੀਆਂ ਵੀ ਲਾਈਟਸ ਹੈਗੀਆਂ ਸਟਰੀਟ ਲਾਈਟਸ ਉਹ ਵੀ ਗਈਆਂ ਹੋਣੀਆਂ ਅਤੇ ਉੱਥੇ ਟਰੈਫਿਕ ਬਹੁਤ ਹੋ ਜਾਣਾ ਹੈਗਾ ਆ। ਸੋ ਇਸੇ ਕਰਕੇ ਆਪਣੀਆਂ ਕਾਰਾਂ 'ਚ ਗੈਸ ਫੁੱਲ ਰੱਖੋ, ਮੇਕ ਸ਼ੋਰ ਕਰ ਲਓ ਤੁਹਾਡੇ ਫੋਨ ਵਗੈਰਾ ਚਾਰਜਸ ਹੈਗੇ ਆ, ਦਵਾਈਆਂ ਸਾਰਾ ਕੁਛ ਮੇਕ ਸ਼ੋਰ ਰੱਖੋ। ਜਿੰਨਾ ਖਾਣ ਪੀਣ ਵਾਲਾ ਸਮਾਨ ਆ ਠੰਡ ਵਿੱਚ ਰੱਖਣਾ ਆ, ਕੋਈ ਤੱਤਾ ਕਰਨ ਵਾਲਾ ਜਿਹਦੇ ਕੋਲ ਪ੍ਰੋਪੇਨ ਗੈਸ ਹੈਗੀ ਉਹ ਤਾਂ ਚਲੋ ਬਾਹਰ ਬਣਾ ਸਕਦਾ ਹੈਗਾ ਜੀ। ਸੋ ਜੇ ਕਿਸੇ ਗੁਆਂਢੀ ਕੋ ਹੈ ਨਹੀਂ ਤਾਂ ਤੁਸੀਂ ਵੀ ਉਹਨੂੰ ਹੈਲਪ ਕਰ ਸਕਦੇ ਹੈਗੇ ਆ, ਬਿਲਕੁਲ। ਪਰ ਇਹ ਇੱਕ ਤਰ੍ਹਾਂ ਦੀ ਮੈਂ ਤਾਂ ਖੁਦ, ਮੈਨੂੰ 30 ਸਾਲ ਹੋ ਗਏ USA ਦੇ ਵਿੱਚ ਰਹਿੰਦਿਆਂ ਨੂੰ, ਮੈਂ ਪਹਿਲੀ ਵਾਰੀ ਇਹ ਦੇਖ ਰਿਹਾ ਵੀ ਇੰਨੀ ਵੱਡੀ ਜਿਹੜੀ ਐਮਰਜੈਂਸੀ ਆ ਇਹ PG&E ਵੱਲੋਂ ਲਾਈ ਗਈ ਆ, ਧੱਕੇ ਨਾਲ ਲਿਆਂਦੀ ਗਈ ਇੱਦਾਂ ਲੱਗਦਾ ਆ। ਪਰ ਇਹ ਆ ਵੀ ਉਹਨਾਂ ਨੇ ਵੀ ਜਿਹੜਾ ਆਪਣੇ ਆਪ ਨੂੰ ਸੇਫਟੀ ਜਿਹੜੀ ਉਹ ਰੱਖਣੀ ਹੈ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਹੀ ਜਿਹੜੇ ਇੰਸ਼ੋਰੈਂਸ ਕਲੇਮ ਬਿਲੀਅਨਸ ਆਫ ਡਾਲਰ ਤੱਕ ਜਿਹੜੇ ਉਹ ਗਏ ਸੀ, ਕਈ ਲੋਕਾਂ ਦੀਆਂ ਜਿਹੜੀਆਂ ਜਾਨਾਂ ਜਿਹੜੀਆਂ ਇਹਨਾਂ ਅੱਗਾਂ ਦੇ ਵਿੱਚ ਜਿਹੜੀਆਂ ਗਈਆਂ। ਸੋ ਲੋਕ ਉਸ ਤੋਂ ਵੀ ਜਿਹੜੇ ਇਹਨਾਂ ਨੂੰ ਕਾਫੀ ਜਿਹੜਾ ਬੁਰਾ ਭਲਾ ਬੋਲਦੇ ਸੀਗੇ ਵੀ ਤੁਸੀਂ ਕਰਦੇ ਕੀ ਆ, ਮੇਨਟੇਨੈਂਸ ਕਿਉਂ ਨਹੀਂ ਕਰਦੇ, ਰੁੱਖ ਕਿਉਂ ਨਹੀਂ ਵੱਢ ਕੇ ਰੱਖਦੇ, ਕੀ ਜਿਹੜਾ ਉਹ ਤੁਸੀਂ ਕਰੀ ਜਾਂਦੇ ਹੋ। ਸੋ ਇਸ ਵਾਰ ਜਿਹੜਾ ਉਹ ਵੀ ਚੀਜ਼ ਜਿਹੜੀ ਕਹਿੰਦੇ ਨਾਲ ਕਰ ਰਹੇ ਸੀਗੇ, ਅਤੇ ਇਸ ਵਾਰ ਇਹਤਿਆਤਨ ਤੌਰ ਦੇ ਉੱਤੇ ਇਹਨਾਂ ਨੇ ਜਿਹੜੀ ਬਿਜਲੀ ਆ ਉਹ ਖੁਦ ਬੰਦ ਕਰਨ ਦਾ ਜਿਹੜਾ ਫੈਸਲਾ ਵੀ ਲਿਆ। ਹੋ ਸਕਦਾ ਕਈ ਥਾਵਾਂ ਦੇ ਉੱਤੇ ਆਲਰੇਡੀ ਜਿਹੜੀ ਉਹ ਚਲੀ ਵੀ, ਸੋਲਾਨੋ ਕਾਉਂਟੀ ਆਲਰੇਡੀ ਚਲ ਗਈ, ਹਨੇਰਾ ਦਿਸ ਰਿਹਾ। ਸੋ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹ ਵੀ ਦੇਖ ਰਹੇ ਆ ਵੀ ਕਿੱਦਾਂ ਕਰੀਏ, ਕਿਉਂਕਿ ਜਿਹੜੇ ਬਿਜ਼ਨਸਿਸ ਆ, ਕੋਈ ਸਟੋਰ ਆ, ਗੈਸ ਸਟੇਸ਼ਨ ਆ, ਕਿਸੇ ਤਰ੍ਹਾਂ ਦੇ ਵੀ ਤੁਸੀਂ ਅਲਾਰਮ ਲਾਏ ਹੁੰਦੇ, ਅਲਾਰਮ ਵੀ ਆਫ ਹੋ ਜਾਣੇ ਆ, ਰਾਈਟ। ਸੋ ਕਈ ਲੋਕ ਜਿਹੜੇ ਆ ਉਹ ਸਟੋਰਾਂ ਦੇ ਸਾਹਮਣੇ ਵੀ ਜਿਹੜੇ ਫਿਰ ਆਪ ਬੈਠੇ ਆ ਇੱਕ ਤਰ੍ਹਾਂ ਨਾਲ ਸਿਕਿਉਰਿਟੀ ਕਰਨ ਦੇ ਲਈ, ਕਿਉਂਕਿ ਜਦੋਂ ਇੱਦਾਂ ਦਾ ਕੰਮ ਹੁੰਦਾ ਹੈ ਅਤੇ ਫਿਰ ਜਿਹੜੇ ਚੋਰ ਵਗੈਰਾ ਆ ਉਹ ਵੀ ਬਹੁਤ ਭੱਜਦੇ ਹੈਗੇ ਵੀ ਕਿਸ ਤਰ੍ਹਾਂ ਸਾਨੂੰ ਜਿਹੜਾ ਹੁਣ ਮੌਕਾ ਲੱਗ ਜਾਏ। ਜੀ, ਅਤੇ ਹੁਣ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਉਹ ਸਮਾਪਤ ਆ, ਪਰ ਜ਼ਰੂਰ ਅਸੀਂ ਵਿੱਚ ਕੀ ਅਪਡੇਟ ਹੈਗੀ ਆ ਉਹ ਜ਼ਰੂਰ ਤੁਹਾਡੇ ਨਾਲ ਬਿਜਲੀ ਬਾਰੇ ਸਾਂਝੀਆਂ ਕਰਦੇ ਰਹਾਂਗੇ ਜੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮਾਰਗੇਜ ਇੰਟਰਸਟ ਰੇਟ